ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ, ਗੁਰੂ ਸਵਾਰੇ, ਗੁਰਮੁਖ ਜਨੋ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਇੱਕ ਦਿਨ ਦੀ ਛੁੱਟੀ ਤੋਂ ਬਾਅਦ ਅੱਜ ਫਿਰ ਅਸੀਂ ਗੁਰੂ ਦੀਆਂ ਕਥਾ ਕਹਾਣੀਆਂ ਕਰਨ ਲਈ ਇਕੱਤਰ ਹੋਏ ਹਾਂ। ਹਰ ਸੋਮਵਾਰ ਸਵਾਲ ਜਵਾਬ ਸੈਸ਼ਨ ਹੁੰਦਾ ਹੈ। ਜਿਹੜੇ ਸਵਾਲ ਆਪ ਜੀ ਭੇਜਦੇ ਹੋ, ਉਹਨਾਂ ਸਵਾਲਾਂ ਦੇ ਉੱਤਰ ਜਵਾਬ ਸੋਮਵਾਰ ਨੂੰ ਪੈਨਲ ਮੈਂਬਰ ਦਿੰਦੇ ਹਨ। ਜਿਵੇਂ ਪਹਿਲਾਂ ਵੀ ਅਸੀਂ ਬੇਨਤੀ ਕਰ ਚੁੱਕੇ ਹਾਂ ਕਿ ਸਾਡੇ ਇਹਨਾਂ ਜਵਾਬਾਂ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ, ਪ੍ਰਮਾਣਿਕ ਸਿੱਖ ਇਤਿਹਾਸ ਔਰ ਪ੍ਰਮਾਣਿਕ ਉਹ ਵਿਦਵਾਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਪੰਥ ਵਿੱਚ ਆਮ ਪ੍ਰਵਾਨਿਆ ਜਾਂਦਾ ਹੈ, ਉਹਨਾਂ ਤੇ ਆਧਾਰਿਤ ਹੁੰਦੇ ਹਨ। ਕਿ ਸਾਰੇ ਜਵਾਬਾਂ ਦੇ ਨਾਲ ਹਰ ਵਿਅਕਤੀ ਦੀ ਸੰਤੁਸ਼ਟੀ ਹੋ ਜਾਏ। ਅਸੀਂ ਬੇਨਤੀ ਕਰਦੇ ਹਾਂ ਕਿ ਅਗਰ ਕੋਈ ਲੱਗਦਾ ਹੈ ਸਵਾਲ ਦੇ ਜਵਾਬ ਵਿੱਚ ਕੋਈ ਸ਼ੱਕ ਸ਼ੁਬਾ ਹੈ, ਜਾਂ ਤਾਂ ਕਲਾਸ ਦੀ ਸਮਾਪਤੀ ਜਦੋਂ ਕੁਐਸਚਨ ਆਨਸਰ ਸਵਾਲ ਜਵਾਬ ਦਾ ਟਾਈਮ ਹੁੰਦਾ ਉਦੋਂ ਪੁੱਛ ਲਿਆ ਜਾਏ, ਜਾਂ ਲਿਖਤੀ ਤੌਰ ਤੇ ਉਹਨੂੰ ਚੈਟ ਵਿੱਚ ਭੇਜ ਦਿੱਤਾ ਜਾਏ, ਅਸੀਂ ਉਸ ਤੇ ਦੁਬਾਰਾ ਵੀ ਵਿਚਾਰ ਕਰ ਸਕਦੇ ਹਾਂ। ਇਸ ਸੈਸ਼ਨ ਦੀ ਜ਼ਿੰਮੇਵਾਰੀ ਵੀਰ ਰਾਮ ਸਿੰਘ ਜੀ ਸੇਵਾ ਨਿਭਾ ਰਹੇ ਹਨ। ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ, ਅੱਜ ਦਾ ਇਹ ਸੈਸ਼ਨ ਸਵਾਲ ਜਵਾਬ ਦਾ ਅਸੀਂ ਸ਼ੁਰੂ ਕਰੀਏ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਉੱਤਰ ਪੈਨਲ ਮੈਂਬਰ ਜੀ ਆਪ ਜੀ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਵਾਲ ਜਵਾਬ ਸੈਸ਼ਨ ਸਾਰੀ ਸੰਗਤ ਦਾ ਸਵਾਗਤ ਹੈ ਜੀ। ਤੋ ਆਪ ਜੀ ਦੇ ਭੇਜੇ ਜੋ ਸਵਾਲ ਨੇ ਉਹਨਾਂ ਨੂੰ ਡਿਸਕਸ਼ਨ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਪੈਨਲ ਮੈਂਬਰਸ ਨੂੰ ਜੋ ਕਿਰਪਾ ਕਰਕੇ ਸੰਗਤ ਨਾਲ ਆਪਣੇ ਫਤਿਹ ਸਾਂਝੀ ਕਰਨ ਜੀ। ਹਾਂਜੀ, ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਜੀਤ ਸਿੰਘ ਜੀ ਸੰਗਤ ਨਾਲ ਜੁੜੇ ਨੇ ਪਹਿਲੇ, ਤੋ ਆਓ ਸਾਧ ਸੰਗਤ ਜੀ। ਸਰਦਾਰ ਕਿੱਕਰ ਸਿੰਘ ਜੀ ਵੀ ਆ ਗਏ ਹੋਏ ਨੇ। ਆ ਗਏ ਨੇ? ਅੱਛਾ, ਸਰਦਾਰ ਕਿੱਕਰ ਸਿੰਘ ਜੀ ਦੀ ਉਡੀਕ ਸੀ, ਉਹ ਵੀ ਆ ਗਏ ਨੇ। ਸਰਦਾਰ ਕਿੱਕਰ ਸਿੰਘ ਜੀ ਫਤਿਹ ਸਾਂਝੀ ਕਰੋ ਜੀ ਸੰਗਤ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਤੋ ਸਾਧ ਸੰਗਤ ਜੀ ਮਨਮੋਹਨ ਸਿੰਘ ਜੀ ਵੀ ਆ ਗਏ ਨੇ। ਅੱਛਾ ਜੀ, ਮਨਮੋਹਨ ਸਿੰਘ ਜੀ। ਵਾਹਿਗੁਰੂ ਖਾਲਸਾ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਡੇ ਵਿੱਚ ਗੈਰ ਹਾਜ਼ਰੀਆਂ ਸ਼ੁਰੂ ਹੋ ਗਈਆਂ ਨੇ, ਇਹ ਚੰਗੀ ਗੱਲ ਨਹੀਂ ਹੈਗੀ। ਚਲੋ ਆਓ ਸਾਧ ਸੰਗਤ ਜੀ, ਆਪ ਜੀ ਵੱਲੋਂ ਬਹੁਤੇ ਸਵਾਲ ਅੱਜ ਜਿਹੜੇ ਨੇ ਉਹ ਗੁਰਬਾਣੀ ਉਚਾਰਨ ਜਾਂ ਗੁਰਬਾਣੀ ਦੇ ਜਿਹੜੇ ਭਾਵ ਅਰਥ ਨੇ ਉਹਨਾਂ ਨਾਲ ਸੰਬੰਧ ਰੱਖਦੇ ਨੇ। ਤੋ ਆਓ ਸਭ ਤੋਂ ਪਹਿਲਾਂ ਇਹ ਇੱਕ ਜੋ ਸਵਾਲ ਸਾਡੇ ਕੋਲ ਆਇਆ ਹੈ, ਇਹ ਸੰਤਨ ਸੰਗ ਕਬੀਰਾ ਬਿਗੜਿਓ। ਇੱਥੇ ਜਿਹੜਾ ਬਿਗੜਿਓ ਲਫ਼ਜ਼ ਆਇਆ ਇਹ ਸ਼ਾਇਦ ਕੋਈ ਕਨਫਿਊਜ਼ਨ ਕਰ ਰਿਹਾ। ਜਿਹੜਾ ਸਵਾਲ ਕਰਤਾ ਉਹਦੇ ਮਨ 'ਚ ਇਹ ਹੈ ਕਿ ਇੱਥੇ ਲਫ਼ਜ਼ ਬਿਗੜਿਓ ਕਿਉਂ ਆਇਆ ਤੇ ਸਾਨੂੰ ਬਿਗੜਿਓ ਦੇ ਅਰਥ ਦੱਸੋ। ਤੋ ਇਹਦੇ ਲਈ ਮੈਂ ਬੇਨਤੀ ਕਰਨ ਲੱਗਾ ਭੈਣ ਮਨਿੰਦਰ ਕੌਰ ਜੀ ਨੂੰ ਵੀ ਇਹ ਕਬੀਰ ਸਾਹਿਬ ਦਾ ਇਹ ਜਿਹੜਾ ਸ਼ਬਦ ਹੈ, ਇਹਦੇ 'ਚ ਜਿਹੜੀਆਂ ਇਹਦੇ ਨਾਲ ਲੱਗਦੀਆਂ 3-4 ਤੁਕਾਂ ਨੇ, ਉਹਨਾਂ ਦਾ ਸੰਖੇਪ ਭਾਵ ਜਿਹੜਾ ਉਹ ਸੰਗਤ ਨਾਲ ਸਾਂਝਾ ਕਰ ਲਓ ਜੀ। ਸੰਤਨ ਸੰਗ ਕਬੀਰਾ ਬਿਗੜਿਓ।
हाँ जी, वाहिगुरु जी का खालसा, वाहिगुरु जी वाहिगुਰੂ की जी की फतेह। फतेह। जिस तरह की ਵੀਰ ਜੀ ਨੇ ਦੱਸਿਆ ਹੈ, ਅੱਜ ਦਾ ਜੋ ਸਵਾਲ ਹੈ, ਸੰਤਨ ਸੰਗ ਕਬੀਰਾ ਬਿਗੜਿਓ, ਤੇ ਬਿਗੜਿਓ ਦੇ ਅਰਥ ਕੀ ਹਨ? ਬਿਗੜਿਓ ਦਾ ਜੇ ਸ਼ਾਬਦਿਕ ਅਰਥ ਕਰਦੇ ਹਾਂ ਤੇ ਸਿੱਧਾ ਅਰਥ ਸਮਝ ਆ ਹੀ ਜਾਂਦਾ ਹੈ ਕਿ ਵਿਗੜ ਗਿਆ, ਪਰ ਜਦੋਂ ਕਬੀਰ ਜੀ ਦੇ ਉਚਾਰਨ ਕੀਤੇ ਸ਼ਬਦ ਦੀ ਪੰਕਤੀ ਵਿੱਚ ਦੇਖਦੇ ਹਾਂ ਤਾਂ ਸੋਚਦੇ ਹਾਂ ਕਿ ਵਿਗੜਦਾ ਤਾਂ ਬੰਦਾ ਭੈੜੀ ਸੰਗਤ ਨਾਲ ਹੈ, ਤੇ ਕਬੀਰ ਜੀ ਕਹਿ ਰਹੇ ਹਨ ਕਿ ਸੰਤਨ ਸੰਗ ਕਬੀਰਾ ਬਿਗੜਿਓ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਨੂੰ ਸਮਝਣ ਲਈ 1158 ਅੰਕ ਤੇ ਦਰਜ ਕਬੀਰ ਜੀ ਦੇ ਸ਼ਬਦ ਨੂੰ ਸਮਝਣ ਦਾ ਯਤਨ ਕਰਦੇ ਹਾਂ। ਰਹਾਉ ਦੀ ਪੰਕਤੀ ਵਿੱਚ ਕਬੀਰ ਸਾਹਿਬ ਕਹਿੰਦੇ ਹਨ, ਬਿਗੜਿਓ ਕਬੀਰਾ ਰਾਮ ਦੁਹਾਈ, ਸਾਜ ਭਇਓ ਅਨ ਕਤੈ ਨਾ ਜਾਈ। ਰਹਾਉ, ਕਬੀਰ ਸਾਹਿਬ ਜੀ ਕਹਿੰਦੇ ਹਨ, ਤੁਸੀਂ ਮੈਨੂੰ ਵਿਗੜਿਆ ਕਹਿੰਦੇ ਹੋ, ਮੈਂ ਤੁਹਾਡੀ ਨਿਗਾਹ ਵਿੱਚ ਜ਼ਰੂਰ ਵਿਗੜ ਗਿਆ ਹਾਂ, ਪਰ ਮੈਂ ਰਾਮ ਦੀ ਦੁਹਾਈ ਦੇ ਕੇ, ਜਿਵੇਂ ਬੋਲਚਾਲ ਵਿੱਚ ਕਹਿ ਦਿੰਦੇ ਹਾਂ, ਮੈਂ ਸਹੁੰ ਖਾ ਕੇ ਕਹਿੰਦਾ ਹਾਂ, ਤੇ ਮੈਂ ਜ਼ਰੂਰ ਵਿਗੜ ਗਿਆ ਹਾਂ। ਮੇਰੇ ਅੰਦਰੋਂ ਦ્વੈਤ ਮੁੱਕ ਗਈ, ਮੇਰੇ ਅੰਦਰੋਂ ਦ્વੈਤ ਮੁੱਕ ਚੁੱਕੀ ਹੈ। ਮੈਂ ਇਹੋ ਜਿਹਾ ਵਿਗੜਿਆ ਹਾਂ। ਅੱਗੇ ਤਾਂ ਮੈਂ ਜਿਉ ਸੀ, ਜੰਮਣ ਮਰਨ ਵਿੱਚ ਆਉਣ ਵਾਲਾ, ਪਰ ਹੁਣ ਮੈਂ ਸੱਚ ਸਰੂਪ ਹੋ ਗਿਆ ਹਾਂ। ਇਹੋ ਜਿਹਾ ਸੱਚ ਸਰੂਪ ਹੋਇਆ ਹਾਂ, ਆਨ ਕਤੈ ਨਾ ਜਾਈ। ਹੁਣ ਜੰਮਣ ਮਰਨ ਵਿੱਚ ਕਿਸੇ ਜੂਨਾਂ ਵਿੱਚ ਨਹੀਂ ਜਾਵਾਂਗਾ, ਕਿਉਂਕਿ ਵਾਹਿਗੁਰੂ ਦੇ ਰੂਪ ਵਿੱਚ ਇਕਮਿਕ ਹੋ ਗਿਆ ਹਾਂ। ਮੈਂ ਉਹ ਰੂਪ ਹੋ ਗਿਆ ਹਾਂ, ਇਸ ਲਈ ਹੁਣ ਹੋਰ ਕਿਸੇ ਵੀ ਜੂਨਾਂ ਵਿੱਚ ਨਹੀਂ ਜਾਵਾਂਗਾ। ਦੱਸੋ, ਇਹ ਵਿਗੜਨਾ ਮਾੜਾ ਹੈ ਕਿ ਚੰਗਾ ਹੈ? ਗੰਗਾ ਕੇ ਸੰਗ ਸਲਿਤਾ ਬਿਗੜੀ, ਸੋ ਸਲਿਤਾ ਗੰਗਾ ਹੋਏ ਨਿਬਰੀ। ਸਾਰੇ ਨਾਰਾਜ਼ ਹੋ ਕੇ ਕਬੀਰ ਜੀ ਨੂੰ ਕਹਿੰਦੇ ਹਨ, ਕਬੀਰ ਤਾਂ ਵਿਗੜ ਗਿਆ ਹੈ, ਨਾਲੇ ਹਿੰਦੂ ਛੱਡ ਦਿੱਤੇ, ਨਾਲੇ ਮੁਸਲਮਾਨ ਵੀ ਛੱਡ ਦਿੱਤੇ, ਹੁਣ ਦੋਹਾਂ ਤੋਂ ਵੱਖਰਾ ਬਣ ਬੈਠਾ ਹੈ। ਕਬੀਰ ਸਾਹਿਬ ਜੀ ਕਹਿੰਦੇ ਹਨ, ਵਿਗੜਨ ਵਿੱਚ ਫਰਕ ਵੀ ਹੈ। ਇੱਕ ਤਾਂ ਵਿਗੜਨਾ ਇਹ ਹੈ ਕਿ ਆਪਣੀ ਅਸਲੀਅਤ ਨੂੰ, ਚੰਗੇ ਪੁਣੇ ਨੂੰ ਛੱਡ ਕੇ ਔਗਣਾ 'ਚ ਪੈ ਜਾਣਾ, ਉਹਦਾ ਨਾਂ ਵਿਗੜਨਾ ਹੈ। ਇੱਕ ਵਿਗੜਨਾ ਇਹ ਹੈ ਚੰਗਾ ਬਣ ਜਾਣਾ, ਇਸ ਵਿਗੜਨ ਨੂੰ ਚੰਗਾ ਸਮਝਣਾ ਹੈ। ਕਬੀਰ ਸਾਹਿਬ ਜੀ ਉੱਤਰ ਦਿੰਦੇ ਹਨ, ਦੇਖ ਲਵੋ, ਗੰਗਾ ਨਾਲ ਸੰਗਤ ਕਰਕੇ ਸਲਿਤਾ ਜਿਹੜੀ ਨਦੀ ਹੈ ਉਹਨੂੰ ਬਿਗੜੀ ਹੋਈ ਕਹੋਗੇ, ਪਰ ਉਹ ਤਾਂ ਜਿਹੜੀ ਨਦੀ ਹੈ ਉਹ ਤਾਂ ਗੰਗਾ ਹੋ ਕੇ ਨਬੇੜਾ ਕਰ ਬੈਠੀ। ਪਾਓ ਗੰਗਾ ਦਾ ਹੀ ਰੂਪ ਹੋ ਗਈ, ਸਾਰਿਆਂ ਨੂੰ ਪਵਿੱਤਰ ਕਰਨ ਵਾਲੀ ਬਣ ਗਈ। ਆਪ ਨਾ ਦੇ ਚੂਰੂ ਭਰ ਪਾਣੀ, ਤੇ ਨਿੰਦੇ ਜੇ ਗੰਗਾ ਆਨੀ। ਉਹ ਪਵਿੱਤਰ ਗੰਗਾ ਬਣ ਗਈ। ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਉਹ ਤਾਂ ਨਦੀ ਜਿਹੜੀ ਸੀ, ਜਿਸਨੂੰ ਅਪਵਿੱਤਰ ਸਮਝਦੇ ਸੀ, ਉਹ ਗੰਗਾ ਨਾਲ ਮਿਲ ਕੇ ਗੰਗਾ ਦਾ ਰੂਪ ਹੋ ਗਈ। ਦੱਸੋ, ਉਹ ਵਿਗੜੀ ਮਾੜੀ ਹੈ ਜੋ ਸਾਰਿਆਂ ਦੇ ਪੂਜਨਯੋਗ ਬਣ ਗਈ। ਇਸੇ ਤਰ੍ਹਾਂ ਪਰਮੇਸ਼ਵਰ ਦੀ ਭਗਤੀ ਕਰਕੇ ਮੇਰੀ ਜੋ ਬਿਰਤੀ ਸੀ ਉਹ ਨਿੱਕੀਆਂ ਨਦੀਆਂ ਦੀ ਤਰ੍ਹਾਂ ਸੀ, ਹੁਣ ਉਹ ਭਗਤੀ ਰੂਪ ਗੰਗਾ ਨਾਲ ਮਿਲ ਕੇ ਆਪਾ ਮੁਕਾ ਕੇ ਜੰਮਣ ਮਰਨ ਤੋਂ ਰਹਿਤ ਹੋ ਗਈ। ਜਿਸਨੂੰ ਤੁਸੀਂ ਵਿਗੜਿਆ ਕਹਿੰਦੇ ਹੋ, ਉਹ ਤਾਂ ਸੁਧਰਿਆ ਰੂਪ ਹੈ। ਇਹੋ ਜਿਹਾ ਸੁਧਾਰ ਸਾਡਾ ਹੋਇਆ ਹੈ, ਜਿਸ ਕਰਕੇ ਦ્વੈਤ ਮੁੱਕ ਗਈ ਹੈ। ਫਿਰ ਵੀ ਤੁਸੀਂ ਮੈਨੂੰ ਵਿਗੜਿਆ ਕਹਿੰਦੇ ਹੋ, ਪਰ ਮੈਂ ਸੱਚ ਸਰੂਪ ਵਾਹਿਗੁਰੂ ਨਾਲ ਇਕਮਿਕ ਹੋ ਗਿਆ ਹਾਂ। ਜਿਵੇਂ ਚੰਦਨ ਕੈ ਸੰਗ ਤਰਵਰ ਬਿਗੜਿਓ, ਚੰਦਨ ਦੀ ਸੰਗਤ ਕਰਕੇ ਨਿੰਮ, ਸਿੰਬਲ ਆਦਿ ਜੋ ਸਧਾਰਨ ਦਰਖਤ ਹਨ ਉਹ ਵੀ ਵਿਗੜ ਗਏ ਸਮਝੋ। ਸੋ ਤਰਵਰ ਚੰਦਨ ਹੋਏ ਨਿਬਰਿਓ, ਉਹਨਾਂ ਦਰਖਤਾਂ ਨੇ ਚੰਦਨ ਦੀ ਅਸਲੀ ਖੁਸ਼ਬੂ ਪਾ ਲਈ ਹੈ। ਉਹਨਾਂ ਦਾ ਨਾਂ ਨਿੰਮ ਨਹੀਂ ਰਿਹਾ, ਸਿੰਬਲ ਨਹੀਂ ਰਿਹਾ, ਸਾਰਿਆਂ ਨੂੰ ਚੰਦਨ ਕਹਿਣ ਲੱਗ ਗਏ। ਇਸੀ ਤਰ੍ਹਾਂ ਮੈਂ ਮਾਮੂਲੀ ਦਰਖਤ ਦੀ ਨਿਆਈ ਸੀ, ਮਾਮੂਲੀ ਆਦਮੀ ਸੀ। ਚੰਦਨ ਦੀ ਨਿਆਈ ਸੰਗਤ ਨਾਲ ਮੇਰੇ ਅੰਦਰ ਵਿਰਾਗ ਆ ਗਿਆ, ਮੈਨੂੰ ਵਿਗੜ ਗਿਆ ਕਹਿੰਦੇ ਹੋ। ਮੈਂ ਤਾਂ ਦ્વੈਤ ਨੂੰ ਗਾਲ ਦਿੱਤਾ ਹੈ। ਪਾਰਸ ਕੇ ਸੰਗ ਤਾਂਬਾ ਬਿਗੜਿਓ,
पारस दी संगत करके कहंदे हन तांबा बिगड़ गया, पर सो तांबा कंचन होए निबरियो, ओ सोना बन के निबड़िया, ओनू बिगड़िया कहंदे हो, सुधरिया नहीं कहोगे। इसी तरह पारस हार गुरु साहब दा शब्द है, ओदे नाल मैं जेड़ा तांबे वर्गा सी ਉਹ सोने वर्गा शुद्ध स्वरूप हो गया है, मैं ब्रह्म का रूप हो गया हाँ। दसो ये बिगड़िया माड़ा है कि चंगा है। संतन संग कबीरा बिगड़ियो, कबीर साहब जी कहते हैं मैनू कहते हो संगतां दा संग करके कबीर बिगड़ गया है, मैं द्वैत नू अंदरों मुका दिता है। ते फिर सो कबीर राममय होए निबरियो, कबीर राम दा रूप हो गया है। अब तो जाए चढ़े सिंहासन, मिले हैं सारंग पानी, राम कबीरा एक भय है, होए न सके पछानी। मैं तां इहो जिहा निबेड़ा कर लिया है, जे तुसी मैनू बिगड़िया भी कहंदे हो ते ठीक है। ऐसे लाजवाब उत्तर दे के सारियां नू कबीर साहब ने चुप करा दिता। सवाल जवाब करन वालियां नू कबीर साहब जी चर्चा करके समझा देंदे हन कि विगड़न दा मतलब ਉਹ ਵਿਗੜਨਾ ਨਹੀਂ ਹੈ, ਜਿਵੇਂ ਕਹਿੰਦੇ ਹਨ ਸੰਗਤ ਰੰਗਤ ਲਿਆਉਂਦੀ ਹੈ। ਜੇ ਆਦਤਨ ਅਸੀਂ ਵਿਗੜਨਾ ਨੈਗੇਟਿਵ ਸੈਂਸ ਵਿੱਚ ਲੈਂਦੇ ਹਾਂ, ਕੁਸੰਗਤ ਕਰਨ ਨਾਲ ਬੰਦਾ ਵਿਗੜ ਗਿਆ ਹੈ, ਉਹਦਾ ਪਹਿਲਾ ਵਾਲਾ ਸੁਭਾਅ ਨਹੀਂ ਰਿਹਾ, ਉਸ ਵਿੱਚ ਤਬਦੀਲੀ ਆ ਗਈ ਹੈ। ਇੱਥੇ ਕਬੀਰ ਸਾਹਿਬ ਜੀ ਨੇ ਉਸੇ ਭਾਵ ਵਿੱਚ ਲਿਆ ਹੈ कि संगत करके कबीर बदल गया है। बदलना पॉजिटिव है या नेगेटिव, बस इतना ही समझाया है। जब चंगे दी संगत विच जांदा है ते चंगा बन जाता है, जब माड़े दी संगत विच जांदा है तो माड़ा हो जाता है। ऑर्डिनरी कोई नदी हुंदी है उसनू कोई नहीं पूजदा, पर जदों गंगा नाल रल जाती है ते वो भी पूजनिक हो जाती है, ਉਹਦਾ ਨਾਂ ਵੀ ਗੰਗਾ ਹੋ ਜਾਂਦਾ ਹੈ। ਸੋ ਜਿਨ੍ਹਾਂ ਨੇ ਸਵਾਲ ਕੀਤਾ ਸੀ ਉਹਨਾਂ ਨੂੰ ਸਪਸ਼ਟ ਹੋ ਹੀ ਗਿਆ ਹੋਵੇਗਾ ਕਿ ਕਬੀਰ ਜੀ ਵਿਗੜਨਾ ਕਿਸ ਨੂੰ ਕਹਿ ਰਹੇ ਹਨ। ਉਹਦਾ ਰੂਪ ਹੋ ਜਾਣਾ, ਕਬੀਰ ਸੰਤ ਰੂਪ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਸ ਤਰ੍ਹਾਂ ਅਸੀਂ ਅਕਸਰ ਆਪਸ ਸਾਰੇ ਵਿਚਾਰ ਕਰਦੇ ਹਾਂ ਕਿ ਗੁਰਬਾਣੀ ਦੇ ਕੇਵਲ ਸ਼ਬਦੀ ਅਰਥ ਨਹੀਂ, ਭਾਵ ਅਰਥ ਸਮਝਣ ਦੀ ਜ਼ਰੂਰਤ ਹੈ। ਔਰ ਖਾਸ ਕਰਕੇ ਜਿਸ ਵੇਲੇ ਕਬੀਰ ਸਾਹਿਬ ਜਾਂ ਬਾਬਾ ਫਰੀਦ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ ਤਾਂ ਉਹਨਾਂ 'ਚ ਬੜੀਆਂ ਬੜੀਆਂ ਡੂੰਘੀਆਂ ਰਮਜ਼ਾਂ ਨੇ, ਔਰ ਜਿਹੜੇ ਸ਼ਬਦੀ ਭਾਵ ਨੇ ਜੇ ਅੱਖਰੀ ਅਰਥ ਕਰੀਏ ਤਾਂ ਕਈ ਵਾਰ ਗੱਲ ਨਹੀਂ ਬਣਦੀ, ਉਹਨਾਂ ਦੇ ਭਾਵ ਸਮਝਣਾ ਬੜਾ ਜ਼ਰੂਰੀ ਹੈ। ਤੋ ਇਸੇ ਤਰ੍ਹਾਂ ਇਸ ਸ਼ਬਦ ਵੀ ਹੋ ਸਕਦਾ ਹੈ ਕਿ ਜਿਵੇਂ ਅੱਜ ਕੱਲ੍ਹ ਤਾਂ ਵਿਗੜਨਾ ਲਫ਼ਜ਼ ਜਿਹੜਾ ਇਹਨੂੰ ਆਪਾਂ ਨੈਗੇਟਿਵ ਸੈਂਸ 'ਚ ਲੈਂਦੇ, ਪਰ ਜਿਸ ਤਰ੍ਹਾਂ ਭੈਣ ਜੀ ਨੇ ਕਲੀਅਰ ਕੀਤਾ ਹੈ, ਡਿਟੇਲ ਦੱਸੀ ਹੈ ਕਿ ਬਦਲਣ ਦਾ ਮਤਲਬ ਹੈ ਇੱਥੇ ਨੈਗੇਟਿਵ ਨਹੀਂ ਹੈ, ਬਦਲਾਵ ਹੈ। ਤੋ ਹੋ ਸਕਦਾ ਵੀ ਪਹਿਲੇ ਪਿਛਲੇ ਸਮਿਆਂ ਵਿੱਚ ਇਹਨੂੰ ਇਸ ਵਿਗੜਨ ਲਫ਼ਜ਼ ਨੂੰ ਪੋਜ਼ਿਟਿਵ ਫਾਰਮ ਵਿੱਚ ਦੇਖਦੇ ਹੋਣ, ਅੱਜ ਕੱਲ੍ਹ ਆਮ ਤੌਰ 'ਤੇ ਦੇਖਦੇ ਹਾਂ ਕਿ ਬਈ ਵਿਗੜ ਗਏ। ਦੂਜੀ ਗੱਲ ਇਹ ਵੀ ਹੈ ਸਾਧ ਸੰਗਤ ਜੀ, ਕਿਉਂਕਿ ਸੰਸਾਰ ਵਿੱਚ ਚੰਗੇ ਪੁਰਸ਼ਾਂ ਦੀ ਗਿਣਤੀ ਘੱਟ ਹੈ, ਦੂਜਿਆਂ ਦੀ ਜ਼ਿਆਦਾ। ਬਾਣੀ ਇਸ ਗੱਲ ਦੀ ਪ੍ਰੋੜ ਕਰਦੀ ਹੈ ਕਿ ਜਗ ਮੈਂ ਉੱਤਮ ਕਾਂਢੀਆ ਵਿਰਲੇ ਕਈ ਕੇ। ਤੋ ਦੇਖਣ 'ਚ ਇਹ ਵੀ ਆਇਆ ਵੀ ਜਿਸ ਵੇਲੇ ਕੋਈ ਮਨੁੱਖ ਭਾਵੇਂ ਚੰਗੇ ਪਾਸੇ ਵੀ ਲੱਗੇ, ਪਰ ਆਮ ਲੋਕਾਂ ਦੀ ਜਿਹੜੀ ਸੋਝੀ ਹੈ, ਸਮਝ ਹੈ, ਉਹ ਉਹਨਾਂ ਨੂੰ ਉੱਥੇ ਤੱਕ ਨਹੀਂ ਪਹੁੰਚ ਹੁੰਦੀ ਤੇ ਉਹ ਸ਼ਾਇਦ ਸੋਚਦੇ ਨੇ ਵੀ ਇੱਕ ਵੱਖਰੀ ਗੱਲ ਕਰ ਰਹੇ। ਤੋ ਸਾਨੂੰ ਹਮੇਸ਼ਾ ਸੱਚ ਤੇ ਪਹਿਰਾ ਦੇਣਾ ਚਾਹੀਦਾ, ਭਾਵੇਂ ਸੰਸਾਰ ਕੁਛ ਵੀ ਕਰੇ। ਤੋ ਆਓ ਇਸੇ ਤਰ੍ਹਾਂ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਜੋ ਸਾਨੂੰ ਦੱਸਿਆ ਕਿ ਵਿਗੜਨ ਤੋਂ ਭਾਵ ਭੈਣ ਜੀ ਨੇ ਜਿਵੇਂ ਸਮਝਾਇਆ ਸਾਨੂੰ ਬਦਲਣਾ ਹੈ, ਕਿ ਕਬੀਰ ਸਾਹਿਬ ਆਮ ਸੰਸਾਰੀਆਂ ਦੀ ਨਜ਼ਰਾਂ ਵਿੱਚ ਬੜੇ ਬਦਲੇ ਬਦਲੇ ਲੱਗਦੇ ਸਨ ਕਿਉਂਕਿ ਉਹ ਸੱਚ ਤੇ ਚੱਲਦੇ ਸਨ। ਤੋ ਧੰਨਵਾਦ ਭੈਣ ਜੀ ਆਪ ਜੀ ਦਾ। ਤੋ ਸਾਧ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਸਾਹਿਬ ਮੇਲਾ ਸਿੰਘ ਜੀ ਨੇ ਭੇਜਿਆ। ਉਹ ਵੀ ਸਵਾਲ ਗੁਰਬਾਣੀ ਦੀ ਇਸ ਤੁਕ ਬਾਰੇ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 993 ਤੇ ਹੈ। ਇੰਦਰੀ ਧਾਤ ਸਬਲ ਕਈਅਤ ਹੈ, ਇੰਦਰੀ ਕਿਸ ਤੇ ਹੋਈ। ਉਹਨਾਂ ਦਾ ਸਵਾਲ ਹੈ ਕਿ ਇਹ ਦਾ ਥੋੜਾ ਵਿਸਥਾਰ ਦੱਸੋ ਵੀ ਇਹ ਜਿਹੜਾ ਇੱਥੇ ਇੰਦਰੀ ਧਾਤ ਲਫ਼ਜ਼ ਲਿਖਿਆ ਹੈ ਔਰ ਸਬਲ ਬਲ ਵਾਲੀ, ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਹੈ। ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਇਸ ਤੁਕ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 993 ਤੇ ਹੈ ਉਹਦੇ ਬਾਰੇ ਸਮਝਾਉਣ।
ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਵਾਲ ਵੀਰ ਜੀ ਨੇ ਪੁੱਛਿਆ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਰੂ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਦਾ ਹੈ ਔਰ 993 ਅੰਕ ਦੇ ਉੱਤੇ ਇਹ ਸੁਭਾਇਮਾਨ ਹੈ। ਇਹ ਸ਼ਬਦ ਦਾ ਆਰੰਭ ਜੋ ਹੈ ਉਹ ਮਾਰੂ ਮਹਿਲਾ ਤੀਜਾ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਜੈ ਬਸਾਲੇ ਐ ਬੈਸਾ ਸੁਆਮੀ ਜੈ ਭੇਜੈ ਤੈ ਜਾਵਾਂ, ਇੱਥੋਂ ਆਰੰਭ ਹੁੰਦਾ ਹੈ। ਔਰ ਇਸ ਦਾ ਜੋ ਰਹਾਉ ਹੈ ਸ਼ਬਦ ਦਾ ਬਾਬਾ ਦੇ ਵਸਾਂ ਸੱਚ ਗਾਵਾਂ ਜਾਂ ਤੇ ਸਹਿਜੇ ਸਹਿਜ ਸਮਾਵਾਂ। तो जो पंक्ति ਦਾ ਗੱਲ ਕੀਤੀ ਗਈ ਹੈ ਇੰਦਰੀ ਸਬਲ ਧਾਤ ਸਬਲ ਕਹੀਤ ਹੈ ਇੰਦਰੀ ਕਿਸਤੇ ਹੋਈ, ਤਾਂ ਇਸ ਤੋਂ ਪਹਿਲਾਂ ਰਹਾਉ ਦੇ ਵਿੱਚ ਦੇਖੀਏ ਕਿ ਗੁਰੂ ਅਮਰਦਾਸ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਹਨ। ਬਾਬਾ ਦੇ ਵਸਾ ਸੱਚ ਗਾਵਾਂ, हे ਪ੍ਰਭੂ ਤੂੰ ਮੈਨੂੰ ਇਹ ਦਾਨ ਦੇ ਕਿ ਮੈਂ ਤੇਰੀ ਸਾਧ ਸੰਗਤ ਵਿੱਚ ਟਿਕਿਆ ਰਹਾ। ਤੋ ਇੱਥੇ ਸਾਧ ਸੰਗਤ ਵਿੱਚ ਟਿਕੇ ਰਹਿਣ ਦੀ ਜਿਹੜੀ ਹੈ ਉਹ ਗੱਲ ਸਾਨੂੰ ਸੱਚੇ ਪਾਤਸ਼ਾਹ ਸਮਝਾ ਰਹੇ ਹਨ। ਜਾਂ ਤੇ ਸਹਿਜੇ ਸਹਿਜ ਸਮਾਵਾਂ ਰਹਾਓ, ਜਿਸ ਦੀ ਬਰਕਤ ਨਾਲ ਮੈਂ ਸਦਾ ਆਤਮਕ ਅਡੋਲਤਾ ਵਿੱਚ ਲੀਨ ਰਹਾਓ। ਅਗਲਾ ਬੰਦ ਹੈ ਬੁਰਾ ਭਲਾ ਕਿਛ ਆਪਸ ਤੇ ਜਾਣਿਆ ਇਹ ਹੀ ਸਗਲ ਵਿਕਾਰਾ। ਹਉਮੈ ਦੇ ਕਾਰਨ ਮਨੁੱਖ ਕਿਸੇ ਨੂੰ ਭੈੜਾ ਤੇ ਕਿਸੇ ਨੂੰ ਚੰਗਾ ਸਮਝਦਾ ਹੈ। ਇਹ ਹਉਮੈ ਹੀ ਸਾਰੇ ਵਿਕਾਰਾਂ ਦਾ ਮੂਲ ਬਣਦੀ ਹੈ। ਇਹ ਫਰਮਾਇਆ ਖਸਮ ਕਾ ਹੁਆ ਵਰਤਾ ਇਹ ਸੰਸਾਰ। ਸਾਧ ਸੰਗਤ ਦੀ ਬਰਕਤ ਨਾਲ ਆਤਮਿਕ ਅਡੋਲਤਾ ਵਿੱਚ ਰਹਿਣ ਵਾਲੇ ਨੂੰ ਦਿਸਦਾ ਹੈ ਕਿ ਇਹ ਵੀ ਖਸਮ ਪ੍ਰਭੂ ਦਾ ਹੁਕਮ ਹੀ ਹੋ ਰਿਹਾ ਹੈ। ਇਹ ਹੁਕਮ ਹੀ ਸਾਰੇ ਜਗਤ ਵਿੱਚ ਵਰਤ ਰਿਹਾ ਹੈ। ਭਾਵ ਇਹ ਸਮਝਣਾ ਹੈ ਕਿ ਇਹ ਜੋ ਸਰੀਰ ਦੀ ਰਚਨਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ ਹੈ ਔਰ ਇਸ ਸਰੀਰ ਦੇ ਅੰਦਰ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਸ ਦੇਹੀ ਦੇ ਅੰਦਰ ਇਹ ਜੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹਨ ਇਹ ਜਿਹੜੇ ਹਨ ਇਹਨਾਂ ਨੂੰ ਪ੍ਰਬਲਤਾ ਜਿਹੜੀ ਮਿਲਦੀ ਹੈ ਉਹ ਮਿਲਦੀ ਹੈ ਜਿਹੜੇ ਸਾਡੇ ਗਿਆਨ ਇੰਦਰੀ ਔਰ ਕਰਮ ਇੰਦਰੀ ਹਨ। ਤੋ ਜਿਸ ਤਰੀਕੇ ਨਾਲ ਸਾਡੀ ਸੋਚ ਜਿਹੜੀ ਹੈ ਉਹ ਬਣਦੀ ਹੈ ਉਸ ਸੋਚ ਦੇ ਕਾਰਨ ਹੀ ਇਹ ਜਿਹੜੇ ਇੰਦਰੀ ਹਨ ਸਾਡੇ ਉਹਨਾਂ ਅੰਦਰ ਤਾਕਤ ਤਾਂ ਬਹੁਤ ਹੈ, ਬੜੇ ਬਲਵਾਨ ਹਨ, ਲੇਕਿਨ ਇਹਨਾਂ ਦਾ ਅਗਰ ਚੰਗਾ ਜਿਹੜਾ ਹੈ ਉਹ ਯੂਜ਼ ਕੀਤਾ ਜਾਏ ਤਾਂ ਇਹ ਸਾਨੂੰ ਸਾਡੇ ਜੀਵਨ ਨੂੰ ਸੁਚੱਜਾ ਬਣਾਉਂਦੇ ਹਨ। ਔਰ ਜੇ ਅਸੀਂ ਮਾਇਆ ਦੇ ਢਾਏ ਚੜ੍ਹ ਕੇ ਇਹਨਾਂ ਦਾ ਦੁਰਉਪਯੋਗ ਕਰਦੇ ਹਾਂ ਤਾਂ ਇਹ ਫਿਰ ਸਾਡੇ ਜੀਵਨ ਨੂੰ ਨਰਕ ਵਾਲੇ ਪਾਸੇ ਧਕੇਲਦੇ ਹਨ। ਸਾਡਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਂਦਾ ਹੈ ਔਰ ਆਤਮਿਕ ਅਡੋਲਤਾ ਆਤਮਿਕ ਆਨੰਦ ਜਿਹੜੇ ਹਨ ਸਾਡੇ ਅੰਦਰ ਚੰਗੇ ਗੁਣ ਜਿਹੜੇ ਹਨ ਸਤ ਸੰਤੋਖ ਦਇਆ ਧਰਮ ਧੀਰਜ ਉਹ ਪੈਦਾ ਨਹੀਂ ਹੁੰਦੇ। ਤੋ ਇੱਥੇ ਜੋ ਅਗਲੀ ਪੰਕਤੀ ਹੈ ਇੰਦਰੀ ਧਾਤ ਸਬਲ ਕਹੀਤ ਹੈ ਇੰਦਰੀ ਕਿਸ ਤੇ ਹੋਈ। ਸਾਰੀ ਸ੍ਰਿਸ਼ਟੀ ਇਹ ਗੱਲ ਆਖੀ ਜਾ ਰਹੀ ਹੈ ਕਿ ਇੰਦਰੀ ਦੀ ਦੌੜ ਅੱਜ ਬੜੀ ਬਲ ਵਾਲੀ ਹੈ, ਪਰ ਕਾਮ ਵਾਸ਼ਨਾ ਆਦਿਕ ਵਾਲੀ ਇੰਦਰੀ ਵੀ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਤੋਂ ਨਹੀਂ ਬਣੀ। ਤੋਂ ਭਾਵ ਹੈ ਕਿ ਇੱਥੇ ਇੱਕ ਇੰਦਰੀ ਦੀ ਗੱਲ ਨਹੀਂ ਹੈ, ਇੱਥੇ ਸਾਰੇ ਹੀ ਇੰਦਰੀਆਂ ਦੀ ਗੱਲ ਹੈ। ਤੋਂ ਸਾਨੂੰ ਬਾਣੀ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਜਿਵੇਂ ਸ੍ਰੀ ਆਨੰਦ ਸਾਹਿਬ ਦੀ ਅਸੀਂ ਗੱਲ ਕਰੀਏ ਤਾਂ ਉੱਥੇ ਸਾਨੂੰ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ ਕਿ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ में आया, हर जोत रखी तुझ विच तां तू जग में आया। कि ये शरीरा मेरिया इस जग में आए कि क्या तू कर्म कमाया, कि कर्म कमाया तू शरीरा जां तू जग में आया। कि ये तेनू बड़े जड़े बल वाले जड़े हैं इंद्रियां दित्तियां हैं जिन्हां दा चंगा उपयोग करके तू अकाल पुरख दे नाल जुड़ करके आत्मक अडोलता आत्मक आनंद प्राप्त कर सकदा सा, लेकिन तू इन्हां दा सदुपयोग नहीं कीता। फिर अखा नू सवाल किया हे नेत्रो मेरे और तुमने जोत रखी हर बिन अवर ना देखो कोई, ये सरवणों मेरे साचे सुनने नू बिठाए। तो ये सारे इंद्रियां नू जिहड़ा है सानू गुरबाणी दे विच समझाया गया है। नैन ना देखे साध सा नैन बहालिया, करण ना सुनही नाद करण मुंद कालिया, रसना ना जपे हर नाम तिल तिल कर कटिए, हर हां बिसरे गोबिंद राय दिनों दिन कटिए। तो इस तरह सारे इंद्रियां नू उपदेश गुरबाणी दे सानू समझाया है
ਕਿ ਅਸੀਂ ਇਹ ਤਾਕਤਵਰ ਇੰਦਰੀਆਂ ਜਿਹੜੀਆਂ ਸਾਨੂੰ ਪ੍ਰਮਾਤਮਾ ਨੇ ਜਿਹੜੀਆਂ ਬਖਸ਼ਿਸ਼ ਕੀਤੀਆਂ ਹਨ, ਇਹ ਪ੍ਰਮਾਤਮਾ ਤੋਂ ਸਿਵਾ ਹੋਰ ਕਿਸੇ ਨੇ, ਕਿਉਂਕਿ ਇਹ ਸਰੀਰ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤਾ ਔਰ ਇਸ ਸਰੀਰ ਦੇ ਨਾਲ ਇਹ ਜੋ ਲੱਗੇ ਹੋਏ ਇੰਦਰੇ ਹਨ ਇਹ ਵੀ ਪ੍ਰਮਾਤਮਾ ਦੇ ਸਾਨੂੰ ਬਖਸ਼ਿਸ਼ ਕੀਤੇ ਹੋਏ ਹਨ। ਪਰ ਨਾਲ ਹੀ ਸਾਨੂੰ ਉਪਦੇਸ਼ ਕੀਤਾ ਹੈ ਕਿ ਜੇ ਅਸੀਂ ਇਸ ਸਰੀਰ ਦੇ ਵਿੱਚ ਰਹਿੰਦੇ ਹੋਇਆਂ ਉਹ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ ਤਾਂ ਇਹਨਾਂ ਇੰਦਰੀਆਂ ਦੇ ਉੱਪਰ ਅਸੀਂ ਆਪ ਕੰਟਰੋਲ ਕਰਨਾ ਹੈ, ਨਾ ਕਿ ਅਸੀਂ ਇਹਨਾਂ ਇੰਦਰੀਆਂ ਦੇ ਜਿਹੜੇ ਚਸਕੇ ਹਨ ਉਹਨਾਂ ਦੇ ਅੰਦਰ ਆ ਕਰਕੇ ਆਪਣਾ ਜੀਵਨ ਜਿਹੜਾ ਹੈ ਬਰਬਾਦ ਕਰਨਾ ਹੈ। ਤੋ ਇਹ ਸਪਸ਼ਟ ਹੈ ਇਸ ਸ਼ਬਦ ਤੋਂ ਕਿ ਇਹ ਜਿਹੜੀ ਤਾਕਤ ਵਾਲੇ ਜਿਹੜੇ ਸਾਡੇ ਇੰਦਰੇ ਹਨ ਇਹ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੇ ਹਨ ਤੇ ਉਸ ਤੋਂ ਸਿਵਾ ਸਾਨੂੰ ਹੋਰ ਕੋਈ ਇਹਨਾਂ ਇੰਦਰੀਆਂ ਨੂੰ ਅਲੱਗ ਦੇਣ ਵਾਲਾ ਨਹੀਂ ਹੈ ਤੇ ਅਸੀਂ ਇਹਨਾਂ ਦਾ ਸਦਉਪਯੋਗ ਕਰਕੇ ਨਾਮ ਸਿਮਰਨ ਰਾਹੀਂ ਉਸ ਪਰਮਾਤਮਾ ਦੇ ਨਾਲ ਇਕਾਗਰਤਾ ਲੈਣੀ ਹੈ, ਆਤਮਕ ਆਨੰਦ ਪ੍ਰਾਪਤ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛਾ ਜੀ, ਆਪ ਜੀ ਨੇ ਦੱਸਿਆ ਕਿ ਵਾਹਿਗੁਰੂ ਜੀ ਨੇ ਇਹ ਸਭ ਕੁਝ ਜੋ ਬਣਾਇਆ ਤੇ ਉਹਦੀ ਰਚਨਾ ਨੂੰ ਕੋਈ ਸਮਝ ਨਹੀਂ ਸਕਦਾ, ਪਰ ਹਰ ਚੀਜ਼ ਜਿਹੜੀ ਉਹ ਬੜੀ ਜ਼ਰੂਰੀ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਇਹਦੀ ਆਪਾਂ ਵਰਤੋਂ ਕਿਵੇਂ ਕਰਦੇ, ਜਿਵੇਂ ਵੀਰ ਜੀ ਨੇ ਦੱਸਿਆ। ਦੇਖੋ, ਸਾਡੀ ਜ਼ੁਬਾਨ ਹੈ, ਇਹਦੇ ਨਾਲ ਅਸੀਂ ਅਗਰ ਮਿਠਾਸ ਨਾਲ ਕੋਈ ਇੱਕ ਸ਼ਬਦ ਵੀ ਕਰੀਏ ਤਾਂ ਅਸੀਂ ਦੂਸਰੇ ਨੂੰ ਆਪਣਾ ਬਣਾ ਸਕਦੇ ਹਾਂ, ਪਰੰਤੂ ਇਸੇ ਜ਼ੁਬਾਨ ਨਾਲ ਇੱਕ ਕੌੜਾ ਲਫ਼ਜ਼ ਵਰਤ ਕੇ ਅਸੀਂ ਦੋਸਤ ਨੂੰ ਵੀ ਦੁਸ਼ਮਣ ਬਣਾ ਸਕਦੇ, ਬਣ ਜਾਂਦਾ। ਤੋ ਗੱਲ ਤੇ ਇਹ ਹੈ ਕਿ ਅਸੀਂ ਕੋਈ ਵੀ ਚੀਜ਼, ਚਾਹੇ ਉਹ ਸਾਡੇ ਇੰਦਰੇ ਨੇ ਜਾਂ ਕੋਈ ਹੋਰ ਸੰਸਾਰੀ ਵਸਤੂਆਂ ਨੇ, ਉਹਦੀ ਵਰਤੋਂ ਕਿਵੇਂ ਕਰਨੀ। ਤੋ ਉਹੀ ਜਿਹੜਾ ਇੱਕ ਚਾਕੂ ਹੈ, ਜਿੱਥੇ ਡਾਕੂ ਕਿਸੇ ਦੇ ਜੀਵਨ ਨੂੰ ਖਤਮ ਕਰਨ ਲਈ ਵਰਤਦਾ, ਉੱਥੇ ਡਾਕਟਰ ਉਹਨੂੰ ਆਪਰੇਸ਼ਨ ਕਰਕੇ ਇੱਕ ਦਾ ਜੀਵਨ ਬਚਾ ਦਿੰਦਾ। ਤੋ ਵਾਹਿਗੁਰੂ ਜੀ ਨੇ ਜੋ ਵਿਵੇਕ ਬੁੱਧੀ ਦਿੱਤੀ ਹੈ, ਆਓ ਸਤਿਗੁਰੂ ਕਿਰਪਾ ਕਰਨ ਅਸੀਂ ਇਸ ਵਿਵੇਕ ਬੁੱਧੀ ਦੇ ਨਾਲ ਚੰਗੀ ਵਿਵੇਕ ਵਾਲੇ ਕੰਮ ਕਰੀਏ ਤਾਂ ਜੇ ਸਾਡਾ ਜੀਵਨ ਸਫਲ ਹੋ ਸਕੇ। ਤੋ ਸਾਧ ਸੰਗਤ ਜੀ, ਇੱਕ ਸਵਾਲ ਵੀਰ ਸਿਮਰਨਜੀਤ ਸਿੰਘ ਜੀ ਆਪ ਜੀ ਨੇ ਭੇਜਿਆ, ਤੁਸੀਂ ਸੰਗਤ ਵਿੱਚ ਹਾਜ਼ਰ ਹੋ, ਆਪ ਜੀ ਦਾ ਧੰਨਵਾਦ ਹੈ। ਤੋ ਜਿਹੜਾ ਸਵਾਲ ਤੁਸੀਂ ਭੇਜਿਆ ਵੀਰ ਸਿਮਰਨਜੀਤ ਸਿੰਘ ਜੀ, ਇਹ ਪਹਿਲਾਂ ਡਿਸਕਸ ਹੋ ਚੁੱਕਾ ਹੈ। ਮੈਂ ਆਪ ਜੀ ਨੂੰ ਉਹਦਾ ਲਿੰਕ ਭੇਜ ਦਿਆਂਗਾ, ਕਿਰਪਾ ਕਰਕੇ ਤੁਸੀਂ ਉੱਥੋਂ ਉਹਦਾ ਉੱਤਰ ਸੁਣ ਲੈਣਾ, ਵੀਰ ਸਿਮਰਨਜੀਤ ਸਿੰਘ ਜੀ ਦਾ ਸਵਾਲ। ਹਾਂਜੀ, ਅਗਲਾ ਸਵਾਲ ਸਾਧ ਸੰਗਤ ਜੀ, ਮੈਂ ਪਹਿਲੇ ਬੋਲ ਦੇਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਜੋ ਪੰਨਾ 292 ਤੇ ਇੱਕ ਤੁਕ ਹੈ ਜੀ, ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ। ਇਹ ਸਵਾਲ ਕਰਤਾ ਨੇ ਪੁੱਛਿਆ ਜੀ ਵੀ ਇਹ ਇੱਕ ਵਚਨ ਹੈ ਜਾਂ ਬਹੁ ਵਚਨ ਹੈ। ਤਾਂ ਮੈਂ ਬੇਨਤੀ ਕਰ ਰਿਹਾ ਵੀਰ ਕਿੱਕਰ ਸਿੰਘ ਜੀ ਨੇ ਉਹ ਕਿਰਪਾ ਕਰਕੇ ਇਹ ਜੋ ਤੁਕ ਹੈ ਕਿ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ, ਇਹਨੂੰ ਥੋੜਾ ਜਿਹਾ ਸਪਸ਼ਟ ਕਰੋ ਜੀ ਵੀਰ ਕਿੱਕਰ ਸਿੰਘ। ਕਿੱਕਰ ਸਿੰਘ ਜੀ। ਹਾਂਜੀ ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਇਹ ਸ਼ਬਦ ਇਹਦੇ ਵਿੱਚ ਨਾ ਕੋਈ ਥੋੜੀ ਬਹੁਤੀ ਗੁੱਝਾ ਰਾਜ ਹੈ ਤੇ ਇਸ ਨੂੰ ਸਮਝਣ ਵਾਸਤੇ ਇਹਦੀਆਂ ਜਿਹੜੀਆਂ ਪਤਾ ਹੈਗਾ ਜੀ, ਇਹਦੀਆਂ ਦੋ ਪੰਕਤੀਆਂ ਪਹਿਲਾਂ ਵਾਲੀਆਂ ਉਹਨਾਂ ਦੇ ਵੀ ਨਾਲ ਅਰਥ ਕਰਨਾ ਬਣਦਾ ਹੈ। ਠੀਕ ਹੈ ਜੀ। ਜਿਸ ਭਾਵ ਹੈ ਤਿਸ ਆਪਨ ਨਾਏ ਲਾਵੇ, ਭਾਵ ਜੋ ਮਾਲਕ ਨੂੰ ਭਾਉਂਦਾ ਹੈ, ਜਿਹੜਾ ਮਾਲਕ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਨਾਂ ਵਿੱਚ ਲਾਉਂਦਾ ਹੈ। ਜਿਸ ਭਾਵ ਹੈ ਤਿਸ ਖੇਲ ਖਿਲਾਵੇ, ਜਿਹੜਾ ਉਸ ਨੂੰ ਭਾਉਂਦਾ ਹੈ ਉਸ ਨੂੰ ਉਹ ਦੁਨੀਆ ਦੀ ਮਾਇਆ ਵਿੱਚ ਵੀ ਲਾ ਦਿੰਦਾ ਹੈ। ਭਾਵ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ ਉਹੀ ਕੰਮ ਕਰਾਉਂਦਾ ਜੀਵ ਤੋਂ, ਕਿਸੇ ਨੂੰ ਉਹ ਆਪਣੇ ਨਾਂ ਵਿੱਚ ਲਾਉਂਦਾ ਹੈ ਤੇ ਕਿਸੇ ਨੂੰ ਮਾਇਆ ਦੀ ਖੇਡ ਵਿੱਚ ਲਾ ਦਿੰਦਾ ਹੈ। ਇੱਥੇ ਇੱਕ ਵਚਨ ਦੀ ਕਿਰਿਆ ਹੈ ਵੀ ਕਿਸੇ ਨੂੰ ਉਹ ਕਿਸੇ ਪਾਸੇ ਲਾ ਦਿੰਦਾ ਮਾਲਕ ਤੇ ਕਿਸੇ ਨੂੰ ਦੂਜੇ ਪਾਸੇ ਲਾ ਦਿੰਦਾ। ਇਸ ਤੋਂ ਪਤਾ ਲੱਗਦਾ ਵੀ ਜੀਵ ਦੇ ਆਪਣੇ ਵੱਸ ਕੁਝ ਵੀ ਨਹੀਂ ਹੈ। ਸਾਥੋਂ ਜੋ ਕੁਝ ਵੀ ਕਰਾ ਰਿਹਾ ਹੈ ਉਹ ਕੇਵਲ ਅਕਾਲ ਪੁਰਖ ਆਪਣੀ ਮਰਜ਼ੀ ਅਨੁਸਾਰ ਆਪਣੇ ਹੁਕਮ ਦੇ ਵਿੱਚ ਜਿਵੇਂ ਮਾਲਕ ਚਾਹੁੰਦਾ ਹੈ ਉਵੇਂ ਹੀ ਕਰਵਾ ਰਿਹਾ ਹੈ। ਜਿਹੜੀ ਆਖਰੀ ਪੰਕਤੀ ਹੈ, ਬੇਸ਼ੁਮਾਰ ਅਥਾ ਅਗਣਤ ਅਤੁੱਲ, ਹੇ ਬੇਸ਼ੁਮਾਰ, ਹੇ ਗਿਣਤੀ ਤੋਂ ਬਾਹਰ ਪ੍ਰਭੂ, ਹੇ ਅਥਾ ਪ੍ਰਭੂ, ਹੇ ਅਗਣਤ ਪ੍ਰਭੂ, ਹੇ ਅਤੋਲ, ਮਿਣਤੀ ਤੋਂ ਤੋਲ ਤੋਂ ਪਰੇ ਪ੍ਰਭੂ। ਇਹ ਸਾਰੇ ਸੰਬੋਧਨਵਾਚੀ ਸ਼ਬਦ ਹੈ ਜੀ। ਹੇ ਪ੍ਰਭੂ ਜੀ, ਜਿਵੇਂ ਤੁਸੀਂ ਬੁਲਾਉਂਦੇ ਹੋ। ਤੇ ਅੱਗੇ ਨਾ ਜੀ ਜਿਹੜੀ ਤਕਨੀਕ ਵਰਤੀ ਹੈ ਗੁਰੂ ਸਾਹਿਬ ਨੇ, ਉਹ ਹੋਰ ਵੀ ਕਈ ਥਾਈਂ ਵਰਤੀ ਹੈ, ਹੇ ਨਾਨਕ ਦਾਸ ਤੂੰ ਆਖ।
ਵੀ ਇਹ ਤੇਰਾ ਜੀਵ ਉਵੇਂ ਬੋਲਦਾ ਹੈ ਜਿਵੇਂ ਤੁਸੀਂ ਬੁਲਾਉਂਦੇ ਹੋ। ਭਾਵ ਇਹ ਜੀਵ ਦੇ ਆਪਣੇ ਵੱਸ ਕੁਝ ਨਹੀਂ। ਇਹ ਜੀਵ ਹੇ ਨਾਨਕ ਦਾਸ ਜੀ, ਇਹਦੇ ਵਿੱਚ ਦੋ ਸੰਬੋਧਨ ਹੋ ਗਏ। ਪਹਿਲਾਂ ਅਕਾਲ ਪੁਰਖ ਨੂੰ ਹੈ ਜੀ, ਅੱਗੇ ਜਾ ਕੇ ਤਿਉਂ ਹੇ ਨਾਨਕ ਦਾਸ ਤੂੰ ਆਖ ਵੀ ਇਹ ਜੀਵ ਉਵੇਂ ਬੋਲਦਾ ਹੈ ਪ੍ਰਭੂ ਜੀ ਜਿਵੇਂ ਤੁਸੀਂ ਬੁਲਾਉਂਦੇ ਹੋ। ਸੋ ਗੁਰਬਾਣੀ ਵਿਆਕਰਨ ਅਨੁਸਾਰ ਇਹਦਾ ਢੁੱਕਮਾਰ ਤੇ ਇਹੀ ਬਣਦਾ ਹੈ। ਪਰ ਕਈਆਂ ਨੇ ਵੀ ਦਾਸ ਬੋਲਦੇ ਹਨ, ਲੇਕਿਨ ਇਹਦੇ ਵਿੱਚ ਕਿਰਿਆ ਜਿਹੜੀ ਇੱਕ ਵਚਨ ਦੀ ਹੈ। ਇਸ ਕਰਕੇ ਹੋਰ ਕਿਤੇ ਵੀ ਇਹ ਜਿਹੜਾ ਜਿਵੇਂ ਆਪਾਂ ਬੋਲਦੇ ਹਨ ਵੀ ਨਾਲ ਬਿੰਦੀ ਲਾ ਲਈਏ ਦੋ ਲਾਵਾਂ ਦੇ, ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਹੋਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਵਰਤਿਆ ਨਹੀਂ ਗਿਆ। ਜਿੱਥੋਂ ਅਸੀਂ ਕੋਈ ਸਿੱਧ ਲੈ ਲਈਏ ਵੀ ਇੱਥੇ ਵੀ ਦੇਖੋ ਬਹੁਵਚਨ ਦੀ ਕਿਰਿਆ ਹੈ ਜਦੋਂ ਕਿ ਦੋ ਲਾਵਾਂ ਹੁੰਦੀਆਂ, ਉਹ ਹਮੇਸ਼ਾ ਆਖਰੀ ਅੱਖਰ ਨੂੰ ਲਾ ਨਾਲ ਜਾਂ ਸਿਹਾਰੀ ਨਾਲ ਹੀ ਆਉਂਦੀ ਹੈ ਬਹੁਵਚਨ ਦੀ ਕਿਰਿਆ। ਇਸ ਕਰਕੇ ਢੁੱਕਵਾਂ ਅਰਥ ਜਿੰਨੀ ਕੁ ਪਰਮਾਤਮਾ ਨੇ ਸੂਝ ਬਖਸ਼ੀ ਹੈ ਜੀ ਉਹਦੇ ਮੁਤਾਬਕ ਇਹੀ ਬਣਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਕਿੱਕਰ ਸਿੰਘ ਜੀ ਨੇ ਇਸ ਤੁਕ ਬਾਰੇ ਸਾਨੂੰ ਕਲੀਅਰ ਕੀਤਾ ਹੈ। ਤੋ ਸਾਧ ਸੰਗਤ ਜੀ, ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਖ-ਵੱਖ ਟੀਕਾਕਾਰਾਂ ਨੇ ਟੀਕੇ ਕੀਤੇ ਨੇ ਔਰ ਥੋੜਾ ਬਹੁਤਾ ਫਰਕ ਜਿਹੜਾ ਹੈ ਉਹ ਹੋਣਾ ਸਹਿਵਨ ਹੈ, ਕਿਉਂਕਿ ਜਿਸ ਤਰ੍ਹਾਂ ਕਿਸੇ ਨੂੰ ਲੱਗਿਆ ਕੋਈ ਵਿਆਕਰਨਕ ਪੱਖੋਂ ਜਾਂ ਕਿਸੇ ਹੋਰ ਪੱਖੋਂ, ਤਾਂ ਅਸੀਂ ਦੇਖਦੇ ਹਾਂ ਜਿਸ ਵੇਲੇ ਅਸੀਂ 3-4 ਟੀਕੇ ਸਾਹਮਣੇ ਰੱਖਦੇ ਹਾਂ ਤਾਂ ਕਈਆਂ ਸ਼ਬਦਾਂ ਵਿੱਚ ਉਹ ਫਰਕ ਮਿਲਦੇ ਨੇ। ਤਾਂ ਪਰ ਬੇਨਤੀ ਹੈ ਕਿ ਠੀਕ ਹੈ ਕਿ ਸਾਨੂੰ ਜਿੰਨੀ ਪਰਫੈਕਸ਼ਨ ਵੱਲ ਹੋ ਸਕੇ ਚੱਲਣਾ ਚਾਹੀਦਾ, ਪਰ ਬੇਨਤੀ ਹੈ ਵੀ ਜਿਸ ਵੇਲੇ ਕੋਈ ਅਸਲ ਗੱਲ ਤਾਂ ਇਹ ਹੈ ਕਿ ਜਿਹੜੇ ਸ਼ਬਦ ਦਾ ਕੰਪਲੀਟ ਕੇਂਦਰੀ ਭਾਵ ਹੈ ਜਾਂ ਜਿਹੜਾ ਮੈਸੇਜ ਉੱਥੇ ਸਤਿਗੁਰੂ ਸਾਨੂੰ ਦੇਣਾ ਚਾਹੁੰਦੇ ਨੇ ਉਹ ਸਾਨੂੰ ਮਿਲਣਾ ਚਾਹੀਦਾ। ਥੋੜਾ ਬਹੁਤਾ ਇਹ ਜਿਹੜਾ ਫਰਕ ਹੈ ਕਿਉਂਕਿ ਵੱਖ-ਵੱਖ ਟੀਕਾਕਰਨ ਦੇ। ਦੂਜੀ ਗੱਲ ਇਹ ਹੈ ਜੀ, ਜਿਉਂ-ਜਿਉਂ ਹਰ ਚੀਜ਼ ਤਰੱਕੀ ਕਰਦੀ ਹੈ ਇਸੇ ਤਰ੍ਹਾਂ ਲੈਂਗੁਏਜਸ ਔਰ ਇਹਨਾਂ ਦੀ ਰਿਸਰਚ ਜਿਹੜੀ ਹੈ ਉਹ ਸਾਡੇ ਸਾਹਮਣੇ ਆਉਂਦੀ ਹੈ ਤੇ ਕਈ ਗੱਲਾਂ ਜਿਹੜੀਆਂ ਨੇ ਉਹ ਅੱਗੇ ਨਾਲੋਂ ਇੰਪਰੂਵ ਹੁੰਦੀਆਂ ਨੇ ਜਾਂ ਵੱਖ-ਵੱਖ ਸਾਨੂੰ ਲੱਗਦੀਆਂ। ਤਾਂ ਫਿਰ ਮੈਂ ਉੱਥੇ ਹੀ ਆਉਣਾ ਇਸ ਗੱਲ ਤੇ ਕਿ ਗੱਲ ਤੇ ਹੈ ਵੀ ਕਰਕਸ ਆਫ ਦਾ ਜਿਹੜਾ ਸਾਨੂੰ ਉਹਦਾ ਅਸਲ ਸੈਂਟਰਲ ਆਈਡੀਆ ਜਾਂ ਗੁਰੂ ਸਾਹਿਬ ਜੋ ਸਾਨੂੰ ਮੈਸੇਜ ਕਨਵੇ ਕਰਨਾ ਚਾਹੁੰਦੇ ਨੇ ਕਿ ਉਹ ਜੋ ਬੁਲਾਓ ਤੇ ਨਾਨਕ ਦਾਸ ਬੋਲੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਸਭ ਕੁਝ ਹੈ। ਤਾਂ ਅਸਲ ਜਿਹੜੀ ਕੇਂਦਰੀ ਭਾਵ ਹੈ ਉਹ ਸਾਨੂੰ ਆ ਜਾਣਾ ਚਾਹੀਦਾ ਹੈ ਤੇ ਥੋੜਾ ਬਹੁਤਾ ਫਰਕ ਵੀ ਕਿਤੇ ਹੋਵੇ ਤਾਂ ਇਹ ਠੀਕ ਹੈ। ਕਿ ਮੈਂ ਫਿਰ ਇਹ ਨਹੀਂ ਕਹਿੰਦਾ ਕਿ ਜਿੱਦਾਂ ਮਰਜ਼ੀ ਕਰੀ ਜਾਈਏ, ਸਾਨੂੰ ਵੱਧ ਤੋਂ ਵੱਧ ਪਰਫੈਕਸ਼ਨ ਵੱਲ ਜਾਣਾ ਚਾਹੀਦਾ ਹੈ। ਪਰ ਜੇ ਕੋਈ ਇਹੋ ਜਿਹਾ ਕਨਫਿਊਜ਼ਨ ਵੀ ਹੋਵੇ ਤਾਂ ਮਨ ਵਿੱਚ ਘੱਟੋ ਘੱਟ ਇਹ ਹੋਵੇ ਕਿ ਸਤਿਗੁਰੂ ਸਾਨੂੰ ਕਿਹੜੇ ਰਸਤੇ ਤੇ ਚਲਾਉਣਾ ਚਾਹੁੰਦੇ ਨੇ, ਅਸੀਂ ਉਸ ਰਸਤੇ ਤੇ ਚੱਲੀਏ। ਤਾਂ ਧੰਨਵਾਦ ਵੀਰ ਕਿੱਕਰ ਸਿੰਘ ਜੀ ਆਪ ਜੀ ਦਾ, ਕਿਉਂਕਿ ਐਸੀਆਂ ਜਿਹੜੀਆਂ ਤੁਕਾਂ ਸਾਹਮਣੇ ਆ ਜਾਂਦੀਆਂ ਸਾਧ ਸੰਗਤ ਜੀ, ਉਹਨਾਂ ਨੂੰ ਖੋਲ ਕੇ ਦੱਸਣ ਦੇ ਲਈ ਮਿਹਨਤ ਕਰਨ ਦੀ ਲੋੜ ਹੈ। ਵੀਰ ਜੀ ਨੇ ਕੀਤੀ ਹੈ। ਤਾਂ ਇਹਨਾਂ ਦਾ ਇਸ ਪਾਸੇ ਇਹਨਾਂ ਦੀ ਸਪੈਸ਼ਲਿਸਟੀ ਵੀ ਹੈ। ਇਹ ਵਿਆਕਰਨ ਦੇ, ਇਹ ਵੀ ਵੀਰ ਜਗੀਰ ਸਿੰਘ ਜੀ ਵੀ ਵਿਆਕਰਨ ਦੇ ਵੀ ਮਾਹਰ ਨੇ। ਤਾਂ ਇਸ ਕਰਕੇ ਇਹਨਾਂ ਨੂੰ ਆਪਾਂ ਸੇਵਾ ਲਾਉਂਦੇ ਹਾਂ। ਤਾਂ ਧੰਨਵਾਦ ਇੱਕ ਵਾਰੀ ਫੇਰ। ਤਾਂ ਬਹੁਤ ਸਾਰੀਆਂ ਹੋਰ ਐਸੀਆਂ ਆਪਾਂ ਜਿਸ ਵੇਲੇ ਗੁਰਬਾਣੀ ਪੜ੍ਹਦੇ ਹਾਂ ਤੇ ਸਾਹਮਣੇ ਗੱਲਾਂ ਆਉਂਦੀਆਂ ਨੇ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਇੱਕ ਚੰਗਾ ਪੱਖ ਹੈ, ਇਹ ਨਹੀਂ ਕਿ ਆਪਾਂ ਸਿਰਫ ਫਾਰਮੈਲਿਟੀ ਸੇ ਪਾਠ ਕਰਦੇ ਹਾਂ। ਨਹੀਂ, ਜਿਹੜੇ ਵੀਰ ਭੈਣਾਂ ਸੰਗਤ ਪਾਠ ਕਰਨ ਲੱਗਿਆਂ ਵਿੱਚੋਂ ਇਹੋ ਜਿਹੀਆਂ ਘੁੰਡੀਆਂ ਕੱਢ ਕੇ ਲਿਆਉਂਦੇ ਨੇ, ਉਹ ਇੱਕ ਗੱਲ ਤਾਂ ਸਪਸ਼ਟ ਹੈ ਕਿ ਉਹ ਬਾਣੀ ਨੂੰ ਬੜੀ ਡੂੰਘੀ ਨਜ਼ਰ ਨਾਲ ਪੜ੍ਹ ਰਹੇ ਨੇ, ਜਿਹੜੀ ਸਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ। ਤਾਂ ਇਸੇ ਤਰ੍ਹਾਂ ਸਾਡੇ ਕੋਲ ਜਿਹੜਾ ਅਗਲਾ ਸਵਾਲ ਆਇਆ ਉਸ ਆ ਪ੍ਰੇਮ ਸਿੰਘ ਜੀ ਦੁੱਗਲ UK ਤੋਂ। ਇਹ ਖੁਦ ਇੱਕ ਅੱਛੇ ਮਤਲਬੀ ਵਿਦਵਾਨ ਨੇ। ਤਾਂ ਉਹਨਾਂ ਨੇ ਇੱਕ ਸਵਾਲ ਭੇਜਿਆ, ਕਹਿੰਦੇ ਨੇ ਪੂਰਵ ਪੁਰਖ ਅਤੇ ਕਰਤਾ ਪੁਰਖ, ਮੈਂ ਰਿਪੀਟ ਕਰ ਰਿਹਾ, ਪੂਰਵ ਪੁਰਖ ਅਤੇ ਕਰਤਾ ਪੁਰਖ ਦਾ ਕੀ ਅੰਤਰ ਹੈ। ਤਾਂ ਇਹਦੇ ਲਈ ਅਸੀਂ ਬੇਨਤੀ ਕੀਤੀ ਸੀ ਵੀਰ ਪ੍ਰਭ ਕੀਰਤਨ ਸਿੰਘ ਜੀ ਨੂੰ, ਬਈ ਤੁਸੀਂ ਕਿਰਪਾ ਕਰਕੇ ਇਹਦਾ ਉੱਤਰ ਲੱਭ ਕੇ ਲਿਆਓ। ਤੇ ਮੈਂ ਹੁਣ ਬੇਨਤੀ ਕਰਨ ਲੱਗਾ ਕਿ ਉਹ ਸਾਨੂੰ ਦੱਸਣਗੇ ਕਿ ਪੂਰਵ ਪੁਰਖ ਅਤੇ ਕਰਤਾ ਪੁਰਖ ਦਾ ਅੰਤਰ ਹੈ ਜਾਂ ਨਹੀਂ। ਵੀਰ ਪ੍ਰਭ ਕੀਰਤਨ ਸਿੰਘ। ਹਾਂਜੀ ਵੀਰ ਜੀ, ਇਹ ਦੋਨੋਂ ਸ਼ਬਦ ਜਿਹੜੇ ਹਨ ਇਹ ਵਾਹਿਗੁਰੂ ਜੀ ਪ੍ਰਭੂ ਜੀ ਦੇ ਬਾਰੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤੇ ਗਏ ਹਨ। ਕਰਤਾ ਪੁਰਖ ਤਾਂ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਮੂਲ ਮੰਤਰ ਦਾ ਹਿੱਸਾ ਹੈ ਤੇ ਇਸ ਕਰਕੇ ਇਹ ਪ੍ਰਭੂ ਜੀ ਦਾ ਪ੍ਰਵਾਨਿਤ ਨਾਮ ਹੈ। ਅਸੀਂ ਇਹਨੂੰ ਬਹੁਤ ਵਾਰੀ ਵਰਤਦੇ ਹਾਂ ਕਰਤਾ ਪੁਰਖ, ਕਿਉਂਕਿ ਜਦੋਂ ਵੀ ਮੂਲ ਮੰਤਰ ਦਾ ਪਾਠ ਕਰਦੇ ਹਾਂ ਤਾਂ ਇਹ ਨਾਲ ਅਸੀਂ ਇਸ ਦਾ ਪਾਠ ਵੀ ਕਰਦੇ ਹਾਂ। ਇਸ ਦਾ ਅਰਥ ਹੈ, ਕਰਤਾ ਦਾ ਭਾਵ ਹੈ ਜਗਤ ਦਾ ਰਚਨਹਾਰ ਤੇ ਪੁਰਖ ਦਾ ਭਾਵ ਹੈ ਸਰਬ ਵਿਆਪਕ ਪ੍ਰਭੂ।
ਤੋ ਇਹਦਾ ਅਰਥ ਬਣਿਆ ਜਗਤ ਦਾ ਰਚਨਹਾਰ ਸਰਬ ਵਿਆਪਕ ਪ੍ਰਭੂ। ਪਰ ਬਹੁਤ ਥਾਵਾਂ ਦੇ ਉੱਤੇ ਕਰਤਾ ਤੇ ਕਰਤਾਰ ਇਹ ਇਕੱਲੇ ਜੋ ਸ਼ਬਦ ਹਨ ਇਹ ਵੀ ਇਹਨਾਂ ਅਰਥਾਂ ਦੇ ਵਿੱਚ ਹੀ ਵਰਤੇ ਗਏ ਹਨ। ਅਰਥ ਬਿਲਕੁਲ ਇਹੀ ਹਨ, ਪਰ ਉਹ ਸ਼ਾਇਦ ਕਾਵਿਕ ਲੋੜਾਂ ਦੇ ਮੁਤਾਬਕ ਜਾਂ ਜਿਸ ਤਰ੍ਹਾਂ ਵੀ ਸਤਿਗੁਰੂ ਜਾਣਦੇ ਹਨ ਕਿ ਕਰਤਾ ਤੇ ਕਰਤਾਰ ਇਹ ਇਕੱਲੇ ਸ਼ਬਦ ਵੀ ਵਰਤੇ ਗਏ ਹਨ। ਦੂਜੇ ਪਾਸੇ ਜੋ ਪੂਰਨ ਪੁਰਖ ਵੀਰ ਜੀ ਨੇ ਸ਼ਬਦ ਜ਼ਿਕਰ ਕੀਤਾ ਹੈ, ਇਹਦੀ ਵਰਤੋਂ ਉਸ ਤਰ੍ਹਾਂ ਨਹੀਂ ਹੋਈ ਜਿਸ ਤਰ੍ਹਾਂ ਕਰਤਾ ਪੁਰਖ ਦੀ ਹੋਈ ਹੈ। ਘੱਟ ਵਾਰੀ ਹੋਈ ਹੈ, ਕੇਵਲ ਕੁਝ ਕੁ ਥਾਵਾਂ ਤੇ ਹੋਈ ਹੈ, ਜਿਵੇਂ ਕਿ ਇੱਕ ਦੋ ਪੰਕਤੀਆਂ ਮੈਂ ਆਪ ਜੀ ਦੇ ਨਾਲ ਸਾਂਝੀਆਂ ਕਰ ਰਿਹਾ ਕਿ ਲਾਲ ਰੰਗ ਪੂਰਨ ਪੁਰਖ ਵਿਧਾਤਾ। ਭਾਵ ਬਈ ਇੱਥੇ ਪੂਰਨ ਪੁਰਖ ਵਿਧਾਤਾ ਦਾ ਅਰਥ ਹੈ ਸਿਰਜਣਹਾਰ ਪ੍ਰਭੂ, ਤੇ ਪੂਰਨ ਪੁਰਖ ਦਾ ਅਰਥ ਹੋ ਗਿਆ ਸਰਬ ਵਿਆਪਕ, ਤੇ ਪੂਰਨ ਦਾ ਅਰਥ ਹੋ ਗਿਆ ਸਭ ਤਾਕਤਾਂ ਦਾ ਮਾਲਕ। ਭਾਵ ਉਹ ਪੂਰਨ ਹੈ, ਉਹਦੇ ਵਿੱਚ ਕਿਸੇ ਪਾਸਿਓਂ ਵੀ ਅਸੀਂ ਦੇਖੀਏ ਤੇ ਉਹਦੇ ਵਿੱਚ ਸਭ ਗੁਣ ਹਨ। ਤੋ ਇਸ ਤਰ੍ਹਾਂ ਇਹਦੇ ਅਰਥ ਇਹ ਵੀ ਕੀਤੇ ਜਾਂਦੇ ਹਨ ਕਿ ਪੂਰਨ ਦਾ ਅਰਥ ਸਭ ਤੋਂ ਵੱਡਾ ਵੀ ਹੈ। ਤੋ ਇਸ ਤਰ੍ਹਾਂ ਸਭ ਤੋਂ ਵੱਡਾ, ਸਭ ਤਾਕਤਾਂ ਦਾ ਮਾਲਕ, ਸਰਬ ਵਿਆਪਕ, ਸਿਰਜਣਹਾਰ ਪ੍ਰਭੂ, ਇਹ ਪੂਰਾ ਇਸ ਪੰਕਤੀ ਦੇ ਜਿਵੇਂ ਵਰਤਿਆ ਗਿਆ ਹੈ ਇਹ ਅਰਥ ਬਣਦਾ ਹੈ। ਇਸੇ ਤਰ੍ਹਾਂ ਹੀ ਪੂਰਨ ਪੁਰਖ ਨਵ ਤਨ ਨਿਤ ਬਾਲਾ, ਉੱਥੇ ਵੀ ਇਹਦੇ ਅਰਥ ਪੂਰਨ ਪੁਰਖ ਭਾਵ ਸਭ ਤਾਕਤਾਂ ਦਾ ਮਾਲਕ, ਸਰਬ ਵਿਆਪਕ ਪ੍ਰਭੂ ਜਿਹੜਾ ਹੈ ਉਹੀ ਹੈ। ਤੋ ਇਸ ਤਰ੍ਹਾਂ ਇਹ ਦੋਨੋਂ ਜਿਹੜੇ ਸ਼ਬਦ ਹਨ ਇਹ ਪ੍ਰਭੂ ਜੀ ਵਾਸਤੇ ਵਰਤੇ ਗਏ ਹਨ। ਪਰ ਫਰਕ ਸਿਰਫ ਇਹ ਹੈ ਕਿ ਜਿਸ ਤਰ੍ਹਾਂ ਕਰਤਾ ਪੁਰਖ ਇੱਕ ਪ੍ਰਵਾਨਿਤ ਨਾਮ ਦੇ ਤੌਰ ਤੇ ਅਸੀਂ ਬਾਰ-ਬਾਰ ਵਰਤਦੇ ਹਾਂ, ਇਸ ਤਰ੍ਹਾਂ ਪੂਰਨ ਪੁਰਖ ਉਸ ਕੰਟੈਕਸਟ ਦੇ ਵਿੱਚ ਨਹੀਂ ਵਰਤਿਆ ਜਾਂਦਾ ਜਿਵੇਂ ਕਿ ਹੋਰ ਵੀ ਪ੍ਰਭੂ ਜੀ ਦੇ ਨਾਮ ਵਰਤੇ ਜਾਂਦੇ ਹਨ, ਹਰੀ, ਨਾਰਾਇਣ, ਰਾਮ ਆਦਿਕ। ਸਗੋਂ ਇਹ ਕਿਸੇ ਖਾਸ ਕੰਟੈਕਸਟ ਦੇ ਵਿੱਚ ਜਾਂ ਸੰਦਰਭ ਵਿੱਚ ਦੋ ਸ਼ਬਦਾਂ ਨੂੰ ਜੋੜ ਕੇ ਇੱਕ ਨਾਮ ਦੇ ਤੌਰ ਦੇ ਉੱਤੇ ਵਰਤਿਆ ਗਿਆ ਹੈ, ਉਹਨਾਂ ਦੇ ਗੁਣਾਂ ਨੂੰ ਮੁੱਖ ਰੱਖ ਕੇ। ਤੇ ਇਹਨਾਂ ਦੋਹਾਂ ਨਾਵਾਂ ਦੇ ਵਿੱਚ ਜਿਹੜਾ ਸਾਂਝਾ ਸ਼ਬਦ ਹੈ ਉਹ ਪੁਰਖ ਹੈ, ਜਿਸ ਦਾ ਅਰਥ ਹੈ ਸਰਬ ਵਿਆਪਕ। ਇਹ ਪੁਰਖ ਸ਼ਬਦ ਜਿਹੜਾ ਹੈ ਅਸੀਂ ਵਰਤਦੇ ਹਾਂ, ਇਹ ਯੋਗ ਮਤ ਵਿੱਚੋਂ ਆਇਆ ਹੈ, ਕਿਉਂਕਿ ਯੋਗ ਮਤ ਵਿੱਚ ਜਿਹਨੂੰ ਅਸੀਂ ਆਤਮਾ ਕਹਿੰਦੇ ਹਾਂ ਉਹਨੂੰ ਪੁਰਖ ਕਿਹਾ ਜਾਂਦਾ। ਤੇ ਪੁਰਖ ਦੇ ਦੋ ਰੂਪ ਮੰਨੇ ਗਏ ਹਨ ਉੱਥੇ। ਇੱਕ ਤਾਂ ਉਹ ਜਦੋਂ ਸਰੀਰ ਨਾਲ ਭਾਵ ਹੈ ਜੋ ਪ੍ਰਕਿਰਤੀ, ਜੋ ਮੂਲ ਹੈ ਇਸ ਦਾ ਸੰਸਾਰ ਦਾ, ਭੌਤਿਕ ਸੰਸਾਰ ਦਾ, ਤਾਂ ਉਹਦਾ ਜੋ ਚੇਤਨ ਹਿੱਸਾ ਹੈ ਉਹਨੂੰ ਆਤਮਾ ਨੂੰ ਪੁਰਸ਼ ਕਿਹਾ ਗਿਆ ਹੈ ਉੱਥੇ। ਤੋ ਇਸ ਵੇਲੇ ਜਦੋਂ ਵਰਤਿਆ ਜਾਂਦਾ ਹੈ ਸਰੀਰ ਦੇ ਨਾਲ, ਜੀਵ ਦੇ ਨਾਲ ਸੰਬੰਧਤ, ਤਾਂ ਇਹ ਉਹਦਾ ਇੱਕ ਸੀਮਿਤ ਰੂਪ ਹੈ। ਸੀਮਿਤ ਰੂਪ ਭਾਵ ਹੈ ਕਿ ਇਹਦਾ ਕੋਈ ਹੱਦ ਬਣਨਾ ਹੈ, ਇਹ ਉੱਥੇ ਤੱਕ ਹੀ ਸੀਮਿਤ ਹੈ ਜਿੱਥੇ ਤੱਕ ਸਰੀਰ ਹੈ। ਪਰ ਇਹਦਾ ਦੂਜਾ ਰੂਪ ਜਿਹੜਾ ਹੈ ਉਹ ਮੁਕਤ ਤੇ ਅਸੀਮਿਤ ਰੂਪ ਵੀ ਮੰਨਿਆ ਗਿਆ ਹੈ, ਜਿਹਦਾ ਕੋਈ ਹੱਦ ਬਣਨਾ ਨਹੀਂ। ਤੋ ਜਦੋਂ ਕੋਈ ਹੱਦ ਬਣਨਾ ਨਹੀਂ ਤਾਂ ਇਸ ਦਾ ਅਰਥ ਇਹ ਹੋ ਗਿਆ ਕਿ ਪੂਰੀ ਸ੍ਰਿਸ਼ਟੀ ਦੇ ਵਿੱਚ ਸਰਬ ਵਿਆਪਕ ਮੰਨ ਲਿਆ ਗਿਆ। ਇਸੇ ਕਰਕੇ ਪੁਰਸ਼ ਨੂੰ ਉੱਥੇ ਸਰਬ ਗਿਆਤਾ ਵੀ ਕਿਹਾ ਗਿਆ ਹੈ। ਤੋ ਯੋਗ ਮਤ ਦੇ ਵਿੱਚ ਈਸ਼ਵਰ ਦਾ ਸਿਧਾਂਤ ਹੈ ਜਿਹੜਾ ਕਿ ਬਾਕੀ ਪੁਰਸ਼ਾਂ ਦੇ ਨਾਲੋਂ ਇੱਕ ਸੁਪੀਰੀਅਰ ਕਿਸਮ ਦਾ ਪੁਰਸ਼ ਮੰਨਿਆ ਗਿਆ ਹੈ, ਜੋ ਆਪਣਾ ਪ੍ਰਭੂ ਆਪਣੀ ਆਤਮਕ ਖੋਜ ਵਿੱਚ ਲੱਗੇ ਹੋਏ ਯੋਗੀਆਂ ਦੀ ਮਦਦ ਕਰਨ ਵਾਲਾ ਮੰਨਿਆ ਗਿਆ ਹੈ। ਇਹ ਕਰਤਾ, ਪਾਲਕ ਜਾਂ ਨਾਸ਼ ਕਰਨ ਵਾਲਾ ਨਹੀਂ ਮੰਨਿਆ ਗਿਆ। ਹੋਰ ਵੀ ਕੋਈ ਰੱਬੀ ਗੁਣ ਉਹਦੇ ਵਿੱਚ ਨਹੀਂ ਮੰਨੇ ਗਏ। ਤੋ ਉਸ ਦੇ ਵਾਸਤੇ ਜੋ ਯੋਗ ਮਤ ਵਿੱਚ ਸ਼ਬਦ ਵਰਤੇ ਗਏ ਹਨ, ਮਹਾਪੁਰਸ਼, ਵਿਸ਼ੇਸ਼ ਪੁਰਸ਼ ਤੇ ਪਰਮ ਪੁਰਸ਼ ਵਰਤੇ ਗਏ ਹਨ। ਪਰ ਜਦੋਂ ਪੁਰਸ਼ ਸ਼ਬਦ ਜੋ ਯੋਗ ਮਤ ਦਾ ਹੈ ਉਹਦੇ ਨਾਲ ਕਰਤਾ ਲੱਗ ਜਾਂਦਾ ਹੈ, ਕਰਤਾ ਪੁਰਖ ਬਣ ਜਾਂਦਾ ਹੈ, ਤਾਂ ਫਿਰ ਇਹਦੇ ਅਰਥ ਬਿਲਕੁਲ ਉਸ ਤੋਂ ਨਵੇਕਲੇ ਹੋ ਜਾਂਦੇ ਹਨ, ਕਿਉਂਕਿ ਇਹ ਇੱਕ ਸਿਰਜਣਹਾਰ ਪ੍ਰਭੂ ਦੇ ਵਾਸਤੇ ਵਰਤਿਆ ਗਿਆ ਨਾਮ ਹੈ। ਤੋ ਪੁਰਖ ਸ਼ਬਦ ਜਿਹੜਾ ਹੈ ਉੱਥੋਂ ਲਿਆ ਗਿਆ ਹੈ, ਤੇ ਬਾਕੀ ਜਿਹੜੇ ਹਨ ਦੋਨੋਂ ਸ਼ਬਦ ਉਹ ਗੁਰਮਤ ਨੇ ਆਪਣੇ ਸਿਧਾਂਤਾਂ ਦੇ ਮੁਤਾਬਕ ਵਰਤੇ ਹਨ ਤੇ ਇਹਨਾਂ ਦੇ ਨਵੇਕਲੇ ਅਰਥ ਦੇ ਦਿੱਤੇ ਹਨ। ਆਸ ਹੈ ਆਪ ਜੀ ਦੀ ਸੈਟੀਸਫੈਕਸ਼ਨ ਹੋਈ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੇ ਨਾਮ ਅਨੇਕਾਂ, ਰੂਪ ਅਨੰਤਾ, ਕਹਿਣ ਜਾਈ ਤੇਰੇ ਗੁਣ ਕਿਤ। ਤੋ ਵਾਹਿਗੁਰੂ ਜੀ ਦੇ ਅਨੇਕਾਂ ਨਾਮ ਨੇ, ਔਰ ਅਸੀਂ ਜੋ ਕੁਝ ਵੀ ਦੇਖਦੇ ਹਾਂ ਉਹਦੇ 'ਚ ਸਾਨੂੰ ਵਾਹਿਗੁਰੂ ਦਿਸਣਾ ਚਾਹੀਦਾ ਹੈ। ਤੋ ਵਾਹਿਗੁਰੂ ਦੇ ਅਨੇਕਾਂ ਨਾਮ, ਕੋਈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਤਰ੍ਹਾਂ ਵੀਰ ਜੀ ਨੇ ਸਾਨੂੰ ਸਮਝਾਇਆ ਕਿ ਪੂਰਨ ਪੁਰਖ ਤੇ ਕਰਤਾ ਪੁਰਖ, ਬਿਲਕੁਲ ਉਹਨਾਂ ਨੇ ਵਧੀਆ ਗੱਲ ਦੱਸੀ ਹੈ, ਕਿਉਂਕਿ ਕਰਤਾ ਪੁਰਖ ਅਸੀਂ ਆਮ ਵਰਤਦੇ ਹਾਂ
ਤੇ ਦੂਸਰੇ ਅੱਖਰ ਜਿਹੜੇ ਨੇ ਉਹ ਕਿਤੇ ਕਿਤੇ ਆਉਂਦੇ ਨੇ। तो धन्यवाद वीर जी आप जी का। और मैं आस रखता साहब मेला सिंह जी कि आप क्षमा करना साहब प्रेम सिंह जी कि आप जी के सवाल का उत्तर तो मिल गया। फिर भी क्योंकि तुम खुद बड़े विचारवान हो, ये होर कोई अगली गल कोई होर भी साझी करनी हो तो कृपा करके सानू दुआ क्वेश्चन जो तुम भेज देना या ग्रुप चैट में तुम अपनी सुजैशन दे सकते। धन्यवाद। तो साध संगत जी मैं पहले ही बेनती की सी बाजी तकरीबन जितने सवाल आए ने वो गुरबाणी के उच्चारण या कोई गुरबाणी के शब्द भेद जड़े ने उन्होंने बारे ने। तो अगला जिला सवाल है ये साढ़े कोल पिछले हफ्ते का पेंडिंग है। तो वो शब्द दियां तुकां ने भुखियां गंढ पवै जा खाए, ते अगे जाके तुकां दी काला गंढ नदियां मींह झोल। सवाल करता पुछते हैं भी इन्होंने दोनों तुकां का अर्थ की है। तो मैं बेनती कर रहा वीर MP सिंह जी नूं भी वो कृपा करके सानू इन्हां दोनों तुकां के अंतर बारे समझाउण जी। वीर MP सिंह जी। वाहिगुरू जी का खालसा खालसा वाहिगुरू जी की फतेह। तो ये जो पंक्तियां वीर जी ने बोलियां हन माज की वार ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ अपना दूजे नंबर का राग है श्री राग तो बाद उस राग की गुरु नानक पातशाह ने उच्चारण की हुई वार का यह श्लोक है। यह श्लोक गुरु ग्रंथ साहब के अंग 143 के उपर शोभित है। स्क्रीन पर आप जी देख सकते हो इस श्लोक का जो स्वरूप है। तो एक बार मैं इस श्लोक का पाठ कर देना हाँ। ये गंढ लफज ना बहुत बारी वरत्या गया है। कई पंक्तियां दे अर्थ तो बड़े ऑबवियस जे हैं कि पढ़ के ही पता लग जाता है भी की भाव है। किधरे किधरे थोड़ा सोच विचार करने की लोड़ पैंदी है कि भी किस सेंस में गंढ नूं वरत्या गया है। पर गंढ लफज की वरतों बहुत ज़्यादा हुई है इहदे अंदर। सो श्लोक है कहा कंचन टुटै सार, अग्नि गंढ पाए लोहार, गोरी सेती टुटै पतार, उत्ती गंढ पवै संसार। राजा मंगै दित्तै गंढ पाए, भुखियां गंढ पवै जां खाए, कालां गंढ नदियां मींह झोल, गंढ प्रीति मिठे बोल, बेदां गंढ बोले सच कोए, मोया गंढ नेकी सत होए, एत गंढ वरतै संसार, मूर्ख गंढ पवै मोह मार, नानक आखै ए विचार, सिफती गंढ पवै दरबार। इन्हां विचों कुछ पंक्तियां ने जिहड़ियां इंडिपेंडेंटली भी बहुत ज़्यादा साडे आम बोलचाल विच भी वरतियां जांदियां ने। जिवें खास तौर ते मूर्ख गंढ पवै मोह मार, ये बहुत बारी असीं गलबात करदे हां वरत लैंदे हां। ਅਤੇ ਸਿਫਤੀ ਗੰਢ ਪਵੈ ਦਰਬਾਰ ਇਹ ਪੰਕਤੀ ਦੇ ਵੀ ਬਹੁਤ ਵਾਰੀ ਵਰਤੋਂ ਹੁੰਦੀ ਹੈ। ਔਰ ਇਹਨਾਂ ਦੇ ਭਾਵ ਤਕਰੀਬਨ ਸਪਸ਼ਟ ਹੀ ਹਨ, ਕਿਸੇ ਨੂੰ ਕੋਈ ਇਹਦੇ 'ਚ ਕਨਫਿਊਜ਼ਨ ਨਹੀਂ ਹੁੰਦਾ। ਜਿਹੜੀਆਂ ਪੰਕਤੀਆਂ ਵੀਰ ਜੀ ਨੇ ਸਵਾਲ ਦੇ ਵਿੱਚ ਭੇਜੀਆਂ ਹਨ ਉਹ ਉਹਨਾਂ ਦੇ ਵੀ ਅਰਥ ਸਮਝਣ ਵਾਸਤੇ ਅਸੀਂ ਸ਼ੁਰੂ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ। ਤੇ ਕਹਾ ਕੰਚਨ ਟੁੱਟੈ ਸਾਰ, ਕਿ ਅਗਰ ਕਹਿ ਕੰਚਨ मैंने सोना ਤੇ ਸਾਰ मैंने ਲੋਹਾ। गुरु साहब कहते हैं कि जे कह दा या सोने का या लोहे का कोई भांडा या कोई चीज़ टुट जाती है तो लुहार उन्हों अग दे विच गर्म करके उहदे नाल उन्हां दा गांढा पा दिंदा है, जोड़ दिंदा है, तो वो टुटी हुई चीज़ जिहड़ी है जुड़ जाती है। पर यह चीज़ असी अपने आम जीवन दे विच भी देखते हैं। अजकल शहरां च तां भावें ये चीज़ घट नज़र आती है, पर पुराने समयां विच ते पिंडां विच तां अजे भी लोग देख सकते हैं कि जदों भी कोई चीज़ लोहे की या तांबे की या कह दी कोई इस तरीके दे नाल सोने का भी जे सुनियारे कोल भी जाओ तो उत्थे भी कोई गहना अगर किसी का कोई ब्रेक थोड़ी जी आ जाए, कोई चीर आ जाए तो उन्होंने गर्म करके ते उन्होंने जोड़ उहदे च पा दिंदे हन। तो गंढ का जो भावर्थ है इत्थे वो है जोड़, किसी चीज़ नूं जोड़ना, कि भाई टुटी हुई चीज़ नूं मुड़ के जोड़ देना, आपस में संबंध जोड़ देना। दोवां चीज़ां जिहड़ियां जिन्हां उन्हां च वखरेवा पै गया सीगा हुण मुड़ के संबंध कायम हो गया है, पावर ते ही है। तो इसे भाव दे विच ही अगलियां पंक्तियां च भी वरतिया गया है
ਵੀ ਗੋਰੀ ਸੇਤੀ ਟੁੱਟੇ ਪਤਾਰ। ਗੋਰੀ ਮਤਲਬ ਇਸਤਰੀ ਦਾ ਅਗਰ ਜੇ ਆਪਣੇ ਪਤੀ ਦੇ ਨਾਲ ਕੋਈ ਅਣਬਣ ਹੋ ਜਾਂਦੀ ਹੈ, ਤੋੜ ਵਿਛੋੜਾ ਹੋ ਜਾਂਦਾ ਹੈ, ਤਾਂ ਇਹ ਦੁਨੀਆਦਾਰੀ 'ਚ ਆਮ ਦੇਖੀ ਹੋਈ ਗੱਲ ਹੈ ਕਿ ਜਿੱਥੇ ਪਤੀ ਪਤਨੀ ਦੀ ਆਪਸ ਵਿੱਚ ਘੱਟ ਬਣਦੀ ਹੁੰਦੀ ਹੈ, ਪਰ ਜੇ ਬੱਚੇ ਹੁੰਦੇ ਹਨ ਉਹਨਾਂ ਦੇ, ਤਾਂ ਉਹਨਾਂ ਬੱਚਿਆਂ ਦੀ ਖਾਤਰ ਉਹਨਾਂ ਨੂੰ ਆਪਸ ਵਿੱਚ ਕਈ ਵਾਰੀ ਕੰਪਰੋਮਾਈਜ਼ ਕਰਕੇ ਫਿਰ ਆਪਣਾ ਰਿਸ਼ਤੇ ਨੂੰ ਜੋੜ ਲੈਣਾ ਪੈਂਦਾ ਹੈ ਤੇ ਉਹ ਫਿਰ ਇਕੱਠੇ ਰਹਿਣ ਲੱਗ ਪੈਂਦੇ ਹਨ। ਉਹ ਅਣਬਣ ਜਿਹੜੀ ਹੈ ਉਹਨੂੰ ਉਹ ਫਿਰ ਬੱਚਿਆਂ ਦੀ ਖਾਤਰ ਉਹ ਉਹਨੂੰ ਪਿੱਛੇ ਕਰ ਲੈਂਦੇ ਹਨ ਤੇ ਫਿਰ ਇੱਕ ਦੂਜੇ ਦੇ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ। तो ये आम दुनिया च वरतारा देखने च आंदा है। तो गुरु साहब ने वो एग्जाम्पल इत्थे कोट की है कि जे इस्त्री दी पति दे नाल विगड़ जाती है, टुट जाती है, तो पुत्रां दी खातर उन्हां दा आपस विच मुड़ के संबंध इस दुनिया दे विच जुड़ जाता है तो वो दुनियादारी दे विच फिर इकट्ठे एक दूजे दे नाल संबंध उन्हां दा जुड़ जाता है। तो गंढ दा अर्थ भाव अर्थ इत्थे भी संबंध जुड़न तो ही है। तो अगली पंक्ति जाए राजा मंगै दिता गंढ पाए। कि राजा अपनी प्रजा कोलों टैक्स कर जड़ा है वो मंगदा है, तां ही राज प्रबंध चलता है। ये सारी पुराने समय तो चलती आती रीत है कि राज दरबार दे खर्चे और सरकार दे जिहड़े काम चलाउण वास्ते पब्लिक दे उत्ते टैक्स लगाए जाते हैं। कि भावें अजकल राजियां दा सिस्टम जे डेमोक्रेसी च नहीं भी है, तां भी जिहड़ियां सरकारां ने वो पब्लिक कोलों टैक्स उगांदियां ने, पब्लिक नूं टैक्स भरना पैंदा है। तो ये पुराने समय च भी राज दरबार का जो राजियां दा राज हुंदा सीगा वो भी पब्लिक कोलों टैक्स उगरांदे सन। तो राजा मंगै वो कर मंगदा है, टैक्स मंगदा है, दिता गंढ पाए। जे पब्लिक टैक्स देंदी है तां उन्हां दा राजे दे नाल संबंध सुखावा रहिंदा है, नहीं तां राजा उन्हां दे कोलों फिर जबरदस्ती भी उगरा लैंदा है या जिहड़े ना टैक्स देण वाले ने उन्हां नूं ਉਹ ਸਜ਼ਾਵਾਂ भी ਦਿੰਦਾ है। तो संबंध सुखावा रहना वो तां ही है जे राजे का मंगिया होया टैक्स पब्लिक दे दिंदी है, जनता देंदी है। तो उत्थे भी गंढ तो भाव संबंध का ही है कि संबंध सुखावा तां ही रहिंदा है कि जो राजा टैक्स मंगदा है वो जनता देंदी है। तो इत्थे भी गंढ का जो भाव अर्थ है वो संबंध जुड़न तो ही है। भुखिया गंढ पवै जां खाए। हुण इत्थे गल हो रही है भुखिया दी, भी भुखा बंदा होवे ओहदा शरीर निराल हो जाता है। शरीर नूं कायम रखना है, शरीर का संबंध ਉਹਦਾ जीव का बनिया रहे वो तां ही है जे वो खुराक खाएगा ते नहीं तो जे भुखा बंदा भुखा ही रहे कुछ खाए ही ना तो कुछ एक दिन ही वो कढ़ेगा तो उस तो बाद फिर शरीर नाल ਉਹਦਾ संबंध टुट जाएगा। ਜਿਹੜੇ लोग मरण वर्त रख लेंदे ने तो ਕੀ ਹੁੰਦਾ है कुछ दिन कोई 30-40 दिन, कोई 50 दिन, बड़ी छाल मारो कोई 70-80 दिन, कोई 100 दिन ਵੱਧ ਤੋਂ ਵੱਧ ਕੱਢ जाएगा, अल्टीमेटली ਉਹਦੀ मौत हो जाएगी। तो शरीर नाल संबंध तां ही कायम रह सकेगा जे भुखा बंदा कुछ खाएगा। तो ये उस भाव नूं इत्थे गुरु साहब ने इस लाइन इस तरह प्रगट किया है कि भुखिया गंढ पवै जां खाए। जे शरीर नूं भुख लगी है तो वो शरीर नाल संबंध तां ही कायम रहेगा जे बंदा कुछ खाना खाएगा। तो गंढ का फिर भी भाव अर्थ इत्थे संबंध नाल ही है कि जीव का संबंध शरीर नाल तां कायम रहेगा जो कुछ खाएगा भुख लगन तो बाद। अगली पंक्ति है जी काला गंढ नदियां मीह चोल। काला का भाव इत्थे है काल पैंदा है जदों कोई बरसात नहीं हुंदी ते सोका पै जांदा है, नदियां नाले जिहड़े पानी दे जिन्ने स्रोत ने उन्हां विचों पानी खत्म हो जाता है, खेती नूं पानी मिलता नहीं है, खुराक पैदा नहीं हुंदी ते काल पै जांदा, उहनूं कहा जाता है काल पै जाना। तो काला बहुवचन है उसका काल का। तो काला दे विच जिहड़ा है ਉਹਦਾ संबंध है मीह दे नाल। ਉਹੀ गल इत्थे गुरु साहब गल कर रहे हैं भी कालां दा संबंध है कि जे मीह वरेगा ते काल खत्म हो जाएंगे, नहीं पैणगे, पर जे नहीं मीह पएगा तो काल पै जाएगा। तो काल दा संबंध मीह पैण दे नाल है। तो काला गंढ नदियां मीह चोल के जे नदियां दे विच मीह पै के ਵਧੇਰੇ पानी ਚੱਲੇਗਾ ਤੇ ਕਾਲ ਲੋਕਾਂ ਨੂੰ ਤੰਗ नहीं ਕਰਨਗੇ, काल नहीं ਪੈਣਗੇ। ਜੇ ਮੀਂਹ ਪੈ ਕੇ ਨਦੀਆਂ 'ਚ ਪਾਣੀ ਨਹੀਂ ਵਗੇਗਾ ਤਾਂ ਕਾਲ ਪੈ ਜਾਏਗਾ। तो काल ਦਾ ਸੰਬੰਧ ਨਦੀਆਂ ਦੇ ਵਿੱਚ ਮੀਂਹ ਪੈਣ ਦੇ ਨਾਲ ਹੈ। ਮੀਂਹ ਪੈ ਕੇ ਨਦੀਆਂ 'ਚ ਪਾਣੀ ਚੱਲੇਗਾ ਤੇ ਕਾਲ ਕਾਲ ਤੋਂ ਲੋਕ ਬਚ ਜਾਣਗੇ, ਨਹੀਂ ਤਾਂ ਕਾਲ ਪੈ ਜਾਏਗਾ। तो ਇਹ ਬਹੁਵਚਨ ਦੇ ਵਿੱਚ ਕਾਲਾਂ ਦੀ ਵਰਤੋਂ ਕੀਤੀ ਗਈ ਹੈ ਤੇ ਗੰਢ ਦਾ ਭਾਵ ਸੰਬੰਧ ਹੀ ਹੈ, ਸੰਬੰਧ ਮੀਂਹ ਨਾਲ ਹੈ।
तो मीह पएगा तो काल तो बचा रहेगा, काल खत्म हो जाएगा। मीह नहीं पएगा तो काल पै जाएगा तो लोग दुखी होणगे। तो इस सेंस ਦੇ ਵਿੱਚ ਇੱਥੇ ਵਰਤਿਆ ਗਿਆ ਕਾਲਾਂ ਗੰਢ ਨਦੀਆਂ ਮੀਚੋਲ। ਕਾਲਾਂ ਦਾ ਸੰਬੰਧ ਜਿਹੜਾ ਹੈ ਉਹ ਮੀਂਹ ਪੈ ਕੇ ਨਦੀਆਂ ਦੇ ਵਿੱਚ ਪਾਣੀ ਵਰਤਣ ਦੇ ਨਾਲ ਹੈ। ਇਸ ਪੰਕਤੀ ਦਾ ਇਹ ਭਾਵ-ਅਰਥ ਹੈ। ਅਗਲੀਆਂ ਪੰਕਤੀਆਂ 'ਚ ਵੀ ਤਕਰੀਬਨ ਮੈਂ ਸੰਖੇਪ ਵਿੱਚ ਉਹਨਾਂ ਦੇ ਵੀ ਜ਼ਿਕਰ ਕਰ ਦੇਣਾ। ਗੰਢ ਪ੍ਰੀਤੀ ਮਿੱਠੇ ਬੋਲ ਕਿ ਦੁਨੀਆ ਦੇ ਵਿੱਚ ਸਾਡੇ ਸਮਾਜ ਦੇ ਅੰਦਰ ਲੋਕਾਂ ਦੇ ਨਾਲ ਸਾਡਾ ਸੰਬੰਧ ਤਾਂ ਹੀ ਚੰਗਾ ਰਹਿੰਦਾ ਹੈ ਜੇ ਅਸੀਂ ਆਪਸ ਵਿੱਚ ਮਿੱਠੇ ਬੋਲ ਬੋਲਦੇ ਹਾਂ। ਵੇਦਾਂ ਗੰਢ ਬੋਲੇ ਸੱਚ ਕੋਏ। ਵੇਦ ਪੜ੍ਹ ਕੇ ਵੀ ਉਹਨਾਂ ਦੇ ਨਾਲ ਪੜ੍ਹੇ ਹੋਏ ਦਾ ਸੰਬੰਧ ਬੰਦੇ ਦਾ ਤਾਂ ਹੀ ਨਜ਼ਰ ਆਏਗਾ ਕਿ ਜੇ ਉਹ ਵੇਦਾਂ ਵਿੱਚੋਂ ਗਿਆਨ ਹਾਸਲ ਕਰਕੇ ਸੱਚ ਬੋਲੇਗਾ। ਜੇ ਉਹ ਵੇਦ ਪੜ੍ਹ ਕੇ ਵੀ ਜ਼ਿੰਦਗੀ ਵਿੱਚ ਝੂਠ ਬੋਲਦਾ ਹੈ ਤੇ ਉਹਦਾ ਵੇਦ ਪੜ੍ਹਿਆ ਨਾ ਪੜ੍ਹਿਆ ਇੱਕ ਬਰਾਬਰ ਹੈ। ਕਿਸੇ ਨੂੰ ਨਹੀਂ ਲੱਗੇਗਾ ਕਿ ਉਹਦਾ ਵੇਦਾਂ ਨਾਲ ਕੋਈ ਸੰਬੰਧ ਹੈ, ਉਹਦੇ ਅੰਦਰ ਕੋਈ ਗਿਆਨ ਹੈ ਵੇਦਾਂ ਦਾ। ਉਹ ਸੰਬੰਧ ਤਾਂ ਹੀ ਨਜ਼ਰ ਆਏਗਾ ਜੇ ਉਹ ਸੱਚ ਬੋਲੇਗਾ। ਮੋਇਆ ਗੰਢ ਨੇਕੀ ਸੱਤ ਹੋਏ। ਜੇ ਬੰਦਾ ਜ਼ਿੰਦਗੀ ਦੇ ਵਿੱਚ ਨੇਕ ਕਰਮ ਕਰੇਗਾ, ਚੰਗੇ ਆਚਰਨ ਵਾਲਾ ਹੋਏਗਾ, ਦਾਨੀ ਹੋਏਗਾ, ਤਾਂ ਮਰਨ ਤੋਂ ਬਾਅਦ ਵੀ ਲੋਕ ਉਹਨੂੰ ਯਾਦ ਕਰਨਗੇ, ਤਾਂ ਉਹਦਾ ਸੰਬੰਧ ਲੋਕਾਂ ਦੇ ਨਾਲ ਜੁੜਿਆ ਰਹੇਗਾ, ਉਹਦੀ ਯਾਦ ਲੋਕਾਂ ਨੂੰ ਰਹੇਗੀ। ਤਾਂ ਮੋਇਆ ਮਰੇ ਹੋਇਆਂ ਦੀ ਵੀ ਗੰਢ ਤਾਂ ਕਾਇਮ ਰਹੇਗੀ, ਸੰਬੰਧ ਤਾਂ ਹੀ ਬਣਿਆ ਰਹੇਗਾ ਜੇ ਉਹਨਾਂ ਨੇ ਜੀਵਨ ਦੇ ਵਿੱਚ ਨੇਕ ਆਚਰਨ ਕੋਈ ਭਲੇ ਕੰਮ ਕੀਤੇ ਹੋਣਗੇ, ਦਾਨ ਪੁੰਨ ਆਦਿ ਕੀਤਾ ਹੋਏਗਾ। तो इसे तरह ही एत गंढ वरतै संसार में। इस तरीके दे नाल ये जो वरतारा ऊपर जो मिसालां दित्तियां हन, गुरु साहब कह रहे हैं कि इस ढंग दे नाल संसार दे अंदर संबंध कायम हुंदे हन। ते फिर अगों थोड़ी जिहियां दो गल्लां होर कर दित्तियां हन जिहड़ियां आम असीं बहुत वरतते हां कि मूर्ख गंढ पवै मोह मार। मूर्ख दे नाल जिहड़ा संबंध है ਉਹਦੀ मूर्खता ਦਾ, ਉਹਦੀ ਮੂਰਖਤਾ ਤਾਂ ਹੀ ਕੰਟਰੋਲ ਹੁੰਦੀ ਹੈ ਜੇ ਉਹਨੂੰ ਮੂੰਹ ਤੇ ਚਪੇੜ ਪੈਂਦੀ ਹੈ, ਤੇ ਕਿਉਂਕਿ ਉਹਨੂੰ ਗੱਲਾਂ ਨਾਲ ਸਮਝਾਇਆ ਤੇ ਸਮਝ ਪੈਂਦੀ ਨਹੀਂ ਹੈ। ਤੇ ਮੂਰਖ ਦੀ ਜਿਹੜੀ ਮੂਰਖਤਾ ਹੈ ਉਹਦਾ ਸੰਬੰਧ ਉਹਦੇ ਮੂੰਹ ਤੇ ਮਾਰ ਪੈਣ ਨਾਲ, ਵੀ ਉਹਨੇ ਮੂਰਖਤਾ ਕਰਨੀ ਹੈ ਤੇ ਉਹਦੇ ਮੂੰਹ ਤੇ ਮਾਰ ਪੈਣੀ ਹੈ। ਤਾਂ ਇਸ ਕਰਕੇ ਉਹ ਜਿਹੜਾ ਮੂਰਖਤਾ ਵਾਲੀ ਗੱਲ ਕਰਦਾ ਹੈ ਤਾਂ ਉਹਦੇ ਮੂੰਹ ਤੇ ਮਾਰ ਪੈਂਦੀ ਹੈ, ਕਿਉਂਕਿ ਲੋਕ ਉਸਨੂੰ ਗੱਲਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਉਹ ਸਮਝਦਾ ਨਹੀਂ ਹੈ। ਇਸ ਕਰਕੇ ਉਹਨੂੰ ਮਾਰ ਪੈਣੀ ਜ਼ਰੂਰੀ ਹੀ ਹੈ। ਇਸ ਕਰਕੇ ਉਹਦਾ ਸੰਬੰਧ ਮਾਰਨੇ ਨਾਲ ਹੈ। ਨਾਨਕ ਆਖੇ ਇਹ ਵਿਚਾਰ ਸਿਫਤੀ ਗੰਢ ਪਵੇ ਦਰਬਾਰ। ਸੋ ਗੁਰੂ ਸਾਹਿਬ ਅੰਤ ਵਿੱਚ ਕੰਕਲੂਜਨ ਜੋ ਹੈ, ਜੋ ਇਹ ਸਾਰੀਆਂ ਦੁਨਿਆਵੀ ਮਿਸਾਲਾਂ ਦੇ ਕੇ ਅਲਟੀਮੇਟ ਜੋ ਸੁਨੇਹਾ ਹੈ ਉਹ ਇਹੀ ਦੇ ਰਹੇ ਹਨ ਕਿ ਪਰਮਾਤਮਾ ਦੇ ਦਰਬਾਰ ਦੇ ਨਾਲ ਜੀਵ ਦੀ ਗੰਢ, ਜੀਵ ਦਾ ਸੰਬੰਧ ਜਿਹੜਾ ਜੁੜਦਾ ਹੈ ਉਹ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜਦਾ ਹੈ। तो गंढ लफ्ज़ का जो भाव अर्थ है वो संबंध जुड़न दे नाल ही है। तो ਵੱਖ-ਵੱਖ ਮਿਸਾਲਾਂ ਦੇ ਵਿੱਚ ਵਰਤਿਆ ਇਹਨੂੰ ਗਿਆ ਹੈ। ਕਿਧਰੇ ਇਹਦਾ ਉਚਾਰਨ ਢੱਡੇ ਦੇ ਔਂਕੜ ਦੇ ਨਾਲ ਆਇਆ ਹੈ, ਕਿਧਰੇ ਸਿਹਾਰੀ ਦੇ ਨਾਲ ਆਇਆ ਹੈ। ਉਹ ਜੋ ਜਿਸ ਪੰਕਤੀ ਵਿੱਚ ਜੋ ਵਿਆਕਰਨ ਦੇ ਜਿਸ ਤਰੀਕੇ ਨਾਲ ਜੋ ਨਿਯਮ ਲਾਗੂ ਹੁੰਦੇ ਹਨ, ਲਫ਼ਜ਼ ਗੰਢ ਹੀ ਹੈ, ਉਹਦੇ ਵਿਆਕਰਨ ਦੇ ਸਿਸਟਮ ਦੇ ਮੁਤਾਬਕ ਉਹਦੇ ਨਾਲ ਮਾਤਰਾ ਔਂਕੜ ਦੀ ਜਾਂ ਸਿਹਾਰੀ ਦੀ ਲੱਗ ਗਈ ਹੈ। ਭਾਵ ਅਰਥ ਦਾ ਸੰਬੰਧ ਦਾ ਹੀ ਹੈ। तो ਇਹ ਇਸ ਤਰੀਕੇ ਦੇ ਨਾਲ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਲਫ਼ਜ਼ ਨੂੰ ਕਾਫੀ ਵਾਰ ਇਸਤੇਮਾਲ ਕੀਤਾ ਹੈ। ਆਸ ਹੈ ਕਿ ਜਿਹੜੀ ਪੰਕਤੀਆਂ ਦੇ ਆਪ ਨੇ ਸਵਾਲ ਪੁੱਛਿਆ ਸੀਗਾ ਉਹਨਾਂ ਦੇ ਅਰਥ ਆਪ ਜੀ ਨੂੰ ਕਲੀਅਰ ਹੋ ਗਏ ਹੋਣਗੇ। ਜੇ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਫਤੀ ਗੰਢ ਪਵੈ ਦਰਬਾਰ। तो ਸਾਡਾ ਨਿਸ਼ਾਨਾ ਇਹੀ ਹੋਣਾ ਚਾਹੀਦਾ ਹੈ ਕਿ ਅਸੀਂ ਵਾਹਿਗੁਰੂ ਜੀ ਨਾਲ ਕਿਵੇਂ ਆਪਣੀ ਸੰਬੰਧ ਬਣਾਉਣਾ ਹੈ। तो ਵੀਰ ਜੀ ਨੇ ਪੂਰਾ ਸ਼ਲੋਕ ਜਿਹੜਾ ਹੈ ਉਹਦੇ ਅਰਥ ਕਰਕੇ, ਕਿਉਂਕਿ ਜ਼ਰੂਰੀ ਸਨ, ਦੱਸੇ ਨੇ ਕਿ ਗੰਢ ਲਫ਼ਜ਼ ਜਿਹੜਾ ਹੈ ਅਰਥ ਤੇ ਗੰਢ ਦਾ ਗੰਢ ਹੀ ਹੈ, ਸੰਬੰਧ ਹੈ। ਤੇ ਉਹਨਾਂ ਨੇ ਬਾਕੀ ਪੂਰਾ ਸ਼ਲੋਕ ਸਾਨੂੰ ਦੱਸ ਕੇ ਸਮਝਾਇਆ ਕਿ ਕਿਸ ਤਰ੍ਹਾਂ ਇਸ ਜਿਹੜਾ ਇੱਥੇ ਲਫ਼ਜ਼ ਹੈ, ਕਿਉਂਕਿ ਕਈ ਵਾਰੀ ਆਮ ਲਫ਼ਜ਼ ਹੀ ਹੁੰਦੇ ਨੇ ਪਰ ਗੁਰਬਾਣੀ ਜਿਸ ਵਿੱਚ ਪੜ੍ਹਦੇ ਹਾਂ ਮਨ 'ਚ ਕੋਈ ਐਸਾ ਖਿਆਲ ਆ ਜਾਂਦਾ। ਤੋ ਇਹਦੇ 'ਚ ਮੈਂ ਬੇਨਤੀ ਕਰਦੇ ਹਾਂ ਕਿ ਜਿਵੇਂ ਵਿੱਚ ਲਫ਼ਜ਼ ਆਇਆ ਕਿ ਪੁੱਤੀ ਗੰਢ ਪਵੇ ਸੰਸਾਰ, ਤੇ ਕਈ ਵਿਆਖਿਆਕਾਰ ਆਪਾਂ ਪਹਿਲੇ ਸੁਣਦੇ ਹੁੰਦੇ ਸਾਂ ਉਹ ਇਹਦਾ ਅਰਥ ਹੋਰ ਹੀ ਕਰਦੇ ਨੇ ਤੇ ਬਈ ਪੁੱਤਰਾਂ ਨਾਲ ਗੰਢ ਪੈਂਦੀ। ਅਸਲ ਸੰਸਾਰ ਦੀ ਗੰਢ ਜਿਹੜੀ ਅੱਜ ਆਪਾਂ ਸੁਣਿਆ ਵੀਰ ਜੀ ਕੋਲੋਂ ਕਿ ਸਿਫਤੀ ਗੰਢ ਪਵੇ ਦਰਬਾਰ, ਵਾਹਿਗੁਰੂ ਜੀ ਨਾਲ ਜਾਂ ਸੰਸਾਰ ਨਾਲ ਵੀ ਸਾਡੀ ਜਿਹੜੀ ਗੰਢ ਹੈ ਉਹ ਸਿਫਤਾਂ ਭਾਵ ਚੰਗੇ ਨੇਕ ਆਚਰਨ ਤੇ ਨੇਕ ਕਰਮਾਂ ਕਰਕੇ ਬਣੇਗੀ। ਸਤਿਗੁਰੂ ਕਿਰਪਾ ਕਰਨ ਅਸੀਂ ਚੰਗੇ ਰਸਤੇ ਤੇ ਆਪਣੀ ਜ਼ਿੰਦਗੀ ਵਿੱਚ ਚੱਲਦੇ ਰਹੀਏ। ਵੀਰ MP ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੋ ਸਾਧ ਸੰਗਤ ਜੀ ਸਮਾਂ ਹੋਣ ਜਾ ਰਿਹਾ, ਪਰ ਇੱਕ ਸਵਾਲ ਹੋਰ ਉਹ ਮੇਰੀ ਇੱਛਾ ਵੀ ਕਰ ਲਿਆ ਜਾਏ। ਤੇ ਇਹ ਸਵਾਲ ਜਿਹੜਾ ਹੈ ਕਿ ਇੰਧਨ ਤੇ ਬੈਸੰਤਰ ਭਾਗਾ, ਇਹ ਵੀ ਥੋੜਾ ਜਿਹਾ ਲੰਬਾ ਹੈ, ਪੂਰਾ ਸ਼ਲੋਕ ਹੈਗਾ।
ਇਹ ਸ਼ਬਦ ਹੈਗਾ। ਮੈਂ ਬੇਨਤੀ ਕਰ ਰਿਹਾ ਵੀਰ ਤਜਿੰਦਰ ਸਿੰਘ ਜੀ ਨੂੰ ਬਈ ਇਹਦੇ 'ਚ ਦੱਸਣ, ਕਿਉਂਕਿ ਜਿਹੜੇ ਸਵਾਲ ਕਰਤਾ ਨੇ ਉਹਨਾਂ ਨੇ ਕਿਹਾ ਵੀ ਇਹਦੇ 'ਚ ਲੱਗਦਾ ਵੀ ਬੜੇ ਵਿਪਰੀਤ ਜਿਹੇ ਅਰਥ ਨੇ, ਵੀ ਆਇਆ ਵਿਪਰੀਤ ਅਰਥ ਹੈ ਨੇ ਕਿ ਸਾਨੂੰ ਸਮਝਣ 'ਚ ਕੋਈ ਥੋੜਾ ਜਿਹਾ ਮੁਗਾਲਤਾ ਲੱਗ ਰਿਹਾ। ਤੋ ਆਓ ਵੀਰ ਤਜਿੰਦਰ ਸਿੰਘ ਜੀ ਪਾਸੋਂ ਆਪਾਂ ਪੁੱਛਦੇ ਹਾਂ ਕਿ ਈਂਧਨ ਤੇ ਬਸੰਤਰ ਭਾਗਾ ਹੈ, ਵੀ ਇਹਨਾਂ ਦਾ ਅਰਥ ਕੀ ਹੈ, ਭਾਵ ਕੀ ਹੈ। ਸ਼ਬਦ ਤੇ ਬੜੇ ਸੌਖੇ ਨੇ, ਪਰੰਤੂ ਭਾਵ ਡੂੰਘਾ ਹੈ, ਉਹ ਵੀਰ ਜੀ ਦੱਸਣ। ਤਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ 900 ਦੇ ਉੱਪਰ ਸਮਾਇਮਾਨ ਹੈ। ਇਸ ਸ਼ਬਦ ਵਿੱਚ ਸੱਚੇ ਪਾਤਸ਼ਾਹ ਸਾਨੂੰ ਜੋ ਅਕਾਲ ਪੁਰਖ ਸਮਰੱਥ ਦਾਤਾ ਹੈ, ਪੂਰਨ ਪੁਰਖ ਹੈ, ਕਰਤਾ ਪੁਰਖ ਹੈ, ਉਸਨੇ ਜੋ ਸੰਸਾਰ ਦੀ ਰਚਨਾ ਕੀਤੀ ਹੈ ਉਹ ਕਿਸ ਅਦਭੁਤ ਢੰਗ ਦੇ ਨਾਲ ਕੀਤੀ ਹੈ, ਕਿਸ ਟੈਕਨੀਕ ਦੇ ਨਾਲ ਕੀਤੀ ਹੈ, ਇਹ ਸਾਨੂੰ ਜਿਹੜੀ ਹੈ ਉਹ ਇਸ ਸ਼ਬਦ ਦੇ ਵਿੱਚ ਸਾਨੂੰ ਸੱਚੇ ਪਾਤਸ਼ਾਹ ਜੀ ਪੰਜਮ ਪਾਤਸ਼ਾਹ ਦਰਸਾ ਰਹੇ ਹਨ। ਅਸੀਂ ਦੇਖਦੇ ਹਾਂ ਕਿ ਸਾਨੂੰ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਹਨ ਕਿ ਪੌਣ ਪਾਣੀ ਅਗਨੀ ਪਤਾਲ ਜਿਸ ਵੀ ਧਰਤੀ ਥਾਪ ਰੱਖੀ ਧਰਮਸ਼ਾਲ। ਇਹ ਧਰਮ ਦੀ ਕਮਾਈ ਕਰਨ ਵਾਸਤੇ ਇਹ ਜੋ ਸਾਨੂੰ ਧਰਤੀ ਬਖਸ਼ਿਸ਼ ਕੀਤੀ ਹੈ, ਜਿੱਥੇ ਸਾਡਾ ਜਨਮ ਹੋਇਆ ਹੈ, ਇਹਦੇ ਵਿੱਚ ਪੌਣ ਪਾਣੀ ਅਲੱਗ-ਅਲੱਗ ਤਰੀਕੇ ਦੀਆਂ ਪੌਣ ਹੈ, ਪਾਣੀ ਹੈ ਸਾਨੂੰ ਦਿੱਤਾ ਹੈ, ਧਰਤੀ ਹੈ, ਆਕਾਸ਼ ਹੈ, ਬਨਸਪਤੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਸਾਡੇ ਇੱਥੇ ਰਹਿਣ ਵਾਸਤੇ ਸੁਚੱਜੇ ਢੰਗ ਨਾਲ ਅਸੀਂ ਆਪਣਾ ਜੀਵਨ ਬਤੀਤ ਕਰ ਸਕੀਏ ਔਰ ਪ੍ਰਭੂ ਦਾ ਸਿਮਰਨ ਕਰ ਸਕੀਏ। ਇਸ ਕਰਕੇ ਇਹ ਚੀਜ਼ਾਂ ਸਾਨੂੰ ਨਿਆਮਤ ਦੇ ਤੌਰ ਦੇ ਉੱਪਰ ਪ੍ਰਾਪਤ ਹੋਈਆਂ ਹਨ। ਲੇਕਿਨ ਇਸ ਸਾਰੀ ਕਾਰਸਤਾਨੀ ਦੇ ਵਿੱਚ ਇਹ ਸਾਰੀ ਜੋ ਕ੍ਰਿਤ ਹੈ, ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਕਈ ਐਸੀਆਂ ਅਚੰਭੇ ਵਾਲੀਆਂ ਚੀਜ਼ਾਂ ਜਿਹੜੀਆਂ ਹਨ ਉਹ ਸਾਨੂੰ ਬਣਾ ਕੇ ਦਿੱਤੀਆਂ ਹਨ, ਜਿਹੜੀ ਸਾਨੂੰ ਸਮਝ ਨਹੀਂ ਆਉਂਦੀਆਂ। ਜਦੋਂ ਅਸੀਂ ਗੈਲੈਕਸੀ ਨੂੰ ਦੇਖਦੇ ਹਾਂ ਤੇ ਦੇਖਦੇ ਹਾਂ ਵੀ ਅਲੱਗ ਗ੍ਰਹਿ ਇੱਕ ਜਗ੍ਹਾ ਤੇ ਆਪਣੇ ਥਾਂ ਤੇ ਘੁੰਮ ਰਿਹਾ, ਦੂਜੀ ਥਾਂ ਤੇ ਦੂਜਾ ਘੁੰਮ ਰਿਹਾ ਹੈ ਔਰ ਆਪਸ ਵਿੱਚ ਕੋਈ ਟਕਰਾ ਨਹੀਂ ਰਿਹਾ। ਉਸੇ ਤਰ੍ਹਾਂ ਹੀ ਸੂਰਜ ਚੜ੍ਹਦਾ ਹੈ, ਉਸੇ ਤਰ੍ਹਾਂ ਹੀ ਚੰਦਰਮਾ ਜਿਹੜਾ ਹੈ ਉਸ ਪਰ ਪੈ ਵੀ ਸੂਰਜ, ਪੈ ਵੀ ਚੰਦ, ਜਿਹੜਾ ਆਸਾ ਕੀ ਵਾਰ ਵਿੱਚ ਸਾਨੂੰ ਫਰਮਾਇਆ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਨਦੀਆਂ, ਨਾਲੇ, ਵਾਹ, ਇਹ ਸਭ ਚੀਜ਼ਾਂ ਜਿਹੜੀਆਂ ਹਨ ਉਹ ਕੁਦਰਤ ਦੇ ਢੰਗ ਦੇ ਨਾਲ ਚੱਲ ਰਹੀਆਂ ਹਨ, ਡਿਸਿਪਲਿਨ ਦੇ ਵਿੱਚ ਚੱਲ ਰਹੀਆਂ ਹਨ। ਕੋਈ ਵੀ ਆਪਣੇ ਡਿਸਿਪਲਿਨ ਨੂੰ ਤੋੜ ਨਹੀਂ ਰਿਹਾ। ਤੋ ਇੱਥੇ ਵੀ ਸਾਨੂੰ ਇੱਕ ਡਿਸਿਪਲਿਨ ਦੀ ਗੱਲ ਸਮਝਾ ਰਹੇ ਹਨ ਕਿ ਜਿਵੇਂ ਬਨਸਪਤੀ ਹੈ, उस बनस्पति में सगल बनस्पत में बसंतर सगल दूध में किया ऊंच नीच में जो समानी घट घट माधो जिया। तो सारी बनस्पति ਜਿਹੜੀ ਹੈ ਉਹਦੇ ਵਿੱਚ ਅੱਗ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਵੀ ਅੱਗ ਬਾਲਣੀ ਹੋਵੇ ਤੇ ਅਸੀਂ ਇੰਧਨ ਇਕੱਠਾ ਕਰਨੇ ਆ, ਲੱਕੜੀਆਂ ਇਕੱਠੀਆਂ ਕਰਨੇ ਆ ਤੇ ਅਸੀਂ ਉਸ ਨੂੰ ਅੱਗ ਲਗਾਉਂਦੇ ਆ ਤੇ ਉਹ ਜਿਹੜੀ ਹੈ ਇੰਧਨ ਜਿਹੜਾ ਜਲ ਪੈਂਦਾ। ਹੁਣ ਇੱਥੇ ਅਚੰਭੇ ਵਾਲੀ ਗੱਲ ਕੀ ਹੈ ਕਿ ਲੱਕੜ ਜਿਹੜੀ ਹੈ ਉਹ ਤਾਂ ਸਾਹਮਣੇ ਪਈ ਹੋਈ ਹੈ, ਲੇਕਿਨ ਉਹ ਆਪਣੇ ਆਪ ਬਲਦੀ ਕਿਉਂ ਨਹੀਂ? ਉਸ ਨੂੰ ਕੁਝ ਨਾ ਕੋਈ ਘਸਣ ਦੀ ਲੋੜ ਹੈ, ਰਗੜ ਦੀ ਲੋੜ ਹੈ ਤੇ ਤਾਂ ਹੀ ਉਹ ਜਿਹੜੀ ਹੈ ਉਹ ਅੱਗੋਂ ਉਹਦੇ ਵਿੱਚੋਂ ਅੱਗ ਨਿਕਲੇਗੀ। तो परमात्मा जी ने आग उस बनस्पत के अंदर, उस लकड़ी के अंदर इस तरीके नाल समाई है कि जिहदे नाल कि वो अपने आप जड़ी है वो प्रगट होकर के नुकसान नहीं पहुंचाती है। हे मन वेख उस प्रभु दियां आश्चर्य ताकतां, लकड़ी तो आग परे भजदी है, भाव लकड़ी नूं साड़दी नहीं है, भावें कि हमेशा ਉਹਦੇ ਵਿੱਚ मौजूद रहंदी है। माटी को जल दैन दिस त्यागे। ਅਸੀਂ ਦੇਖਦੇ ਹਾਂ ਕਿ ਸਾਰੇ ਪਾਸੇ ਪਾਣੀ ਜਿਹੜਾ ਹੈ ਉਹ ਧਰਤੀ ਨੂੰ ਕਵਰ ਕੀਤਾ ਹੈ, ਸਰਕਲ ਕੀਤਾ ਹੋਇਆ ਹੈ। ਕੋਈ ਐਸੀ ਜਗ੍ਹਾ ਨਹੀਂ ਜਿਸ ਜਗ੍ਹਾ ਦੇ ਉੱਪਰ ਪਾਣੀ ਨਾ ਹੋਵੇ। ਇਵਨ ਹਿਊਮਨ ਬਾਡੀ ਦੇ ਅੰਦਰ ਵੀ 3/4 ਜਿਹੜਾ ਹੈ ਉਹ ਪਾਣੀ ਹੈ, ਲੇਕਿਨ ਉਹ ਪਾਣੀ ਜਿਹੜਾ ਹੈ ਇਸ ਧਰਤੀ ਨੂੰ ਡੋਬਦਾ ਨਹੀਂ। ਇਸ ਪਾਣੀ ਦੇ ਅਗਰ ਮਿੱਟੀ ਹੋਵੇ, ਮਿੱਟੀ ਤੇ ਪਾਣੀ ਪਾ ਦਿਓ ਤੇ ਦੇਖਿਆ ਸੀ ਕਿ ਨਦੀ ਦੇ ਜਿਹੜੇ ਕਟਾਂ ਪੈ ਜਾਂਦੇ ਹਨ ਉਹ ਖੁਰਨੀ ਸ਼ੁਰੂ ਹੋ ਜਾਂਦੀ ਹੈ ਮਿੱਟੀ, ਲੇਕਿਨ ਇਹ ਧਰਤੀ ਖੁਰਦੀ ਨਹੀਂ ਹੈ। ਇਹ ਧਰਤੀ ਦੇ ਵਿੱਚ ਪਾਣੀ ਔਰ ਮਿੱਟੀ ਦੋਨੋਂ ਵਿਪਰੀਤ ਚੀਜ਼ਾਂ ਨੇ, ਲੇਕਿਨ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਇਹਨੂੰ ਵਿੱਚ ਐਡਜਸਟ ਕੀਤਾ ਹੋਇਆ, ਵਿੱਚ ਸਮੋਇਆ ਹੋਇਆ ਹੈ ਕਿ ਉਹ ਇੱਕ ਦੂਜੇ ਦੇ ਵਿਪਰੀਤ ਕੰਮ ਨਹੀਂ ਕਰਦੀਆਂ, ਲੇਕਿਨ ਡਿਸਪਲਿਨ ਵਿੱਚ ਕੰਮ ਜਿਹੜੀਆਂ ਹਨ ਉਹ ਕਰ ਰਹੀਆਂ ਹਨ। ਸਮੁੰਦਰ ਦਾ ਪਾਣੀ ਧਰਤੀ ਨੂੰ ਹਰ ਪਾਸੇ ਵੱਲੋਂ ਤਿਆਗੀ ਰੱਖਦਾ ਹੈ। ਧਰਤੀ ਸਮੁੰਦਰ ਦੇ ਵਿੱਚ ਰਹਿੰਦੀ ਹੈ, ਪਰ ਸਮੁੰਦਰ ਇਸ ਨੂੰ ਡੋਬਦਾ ਨਹੀਂ, ਨਾ ਹੀ ਇਸ ਨੂੰ ਖਾਰਦਾ। ਉੱਪਰ ਚਰਨ ਤਲੇ ਆਕਾਸ਼। ਹੁਣ ਨਾਮ ਤੌਰ ਤੇ ਅਸੀਂ ਪੈਰਾਂ ਦੇ ਬਲ ਚੱਲਦੇ ਹਾਂ ਤੇ ਸਿਰ ਸਾਡਾ ਜਿਹੜਾ ਹੈ ਉਹ ਉੱਪਰ ਹੈ, ਜਿਹਨੂੰ ਆਕਾਸ਼ ਕਿਹਾ ਜਾਂਦਾ ਹੈ। ਪਰ ਕਹਿੰਦੇ ਦਰਖਤ ਦੇਖੋ ਕਿ ਦਰਖਤ ਦੀਆਂ ਜਿਹੜੀਆਂ ਜੜ੍ਹਾਂ ਨੇ ਹਾਂਜੀ ਉਹ ਥੱਲੇ ਵੱਲ ਨੇ। ਸਰੀਰ ਹੈ ਜਿੱਥੋਂ ਉਹਦੀ ਗਰੋਥ ਹੁੰਦੀ ਹੈ, ਜਿਹਦੇ ਅੰਦਰ ਉਹ ਸਾਰੀ ਚੀਜ਼ ਉਹ ਆਪਣੇ ਅੰਦਰ ਗ੍ਰਹਿਣ ਕਰਦਾ, ਉਹ ਥੱਲੇ ਹੈ, ਲੇਕਿਨ ਉਹ ਜਿਹੜੇ ਪੈਰ ਹਨ, ਜਿਹੜੀਆਂ ਸ਼ਾਖਾਵਾਂ ਹਨ ਉਹ ਉੱਪਰ ਹਨ।
ਰੁੱਖ ਦੇ ਪੈਰ ਇਸ ਤਰੀਕੇ ਨਾਲ ਉਹਨਾਂ ਦੇ ਜੜ੍ਹਾਂ ਥੱਲੇ ਹਨ ਔਰ ਉੱਪਰ ਹਨ ਜਿਹੜੇ ਬ੍ਰਾਂਚਿਸ ਹਨ। ਘਟ ਮੇ ਸਿੰਧ ਕੀਓ ਪ੍ਰਗਾਸ, ਘੜੇ ਵਿੱਚ ਨਿੱਕੇ ਨਿੱਕੇ ਸਰੀਰਾਂ ਵਿੱਚ ਸਮੁੰਦਰ ਪ੍ਰਭੂ ਆਪ ਆਪਣਾ ਪ੍ਰਕਾਸ਼ਦਾ ਹੈ। तो ऐसा समर्थ हर जीव आप, तो ऐसा परमात्मा जड़ा है वो समर्थ है और उस समर्थ परमात्मा ने ऐसी रचना जड़ी है, कहो कबीर है हर की रचना देखो हृदय विचारी। तो आओ ये सारे ਅਸੀਂ ਆਪਣੇ ਮਨ ਵਿੱਚ ਵਿਚਾਰ ਕਰੀਏ ਉਸ ਅਦਭੁਤ ਪਰਮਾਤਮਾ ਦੇ, ਉਸ ਸਰਵਸ਼ਕਤੀਮਾਨ ਪਰਮਾਤਮਾ ਨੇ ਕਿਸ ਤਰ੍ਹਾਂ ਸਾਨੂੰ ਇਹ ਸੁਖਾਲੀ ਧਰਤੀ ਦਿੱਤੀ ਹੈ, ਫਲ ਫਰੂਟ ਦਿੱਤੇ ਹਨ, ਖਾਣ ਵਾਸਤੇ ਦਿੱਤੀਆਂ ਹਨ, ਵੈਜੀਟੇਬਲ ਦਿੱਤੀਆਂ ਹਨ, ਹੋਰ ਉੱਗੇ ਜਿਹੜੇ ਹਨ ਕ੍ਰੌਪਸ ਦਿੱਤੀਆਂ ਹਨ, ਹਵਾ ਪਾਣੀ ਦਿੱਤੀ ਹੈ, ਜਿਸ ਨਾਲ ਅਸੀਂ ਆਪਣਾ ਜੀਵਨ ਜਿਹੜੇ ਬਤੀਤ ਕਰ ਰਹੇ ਹਾਂ। ਤੋ ਇਸ ਸ਼ਬਦ ਤੋਂ ਇਹ ਭਾਵ ਹੈ ਕਿ ਇਹ ਜੋ ਇੰਧਨ ਜਿਹੜੀ ਹੈ ਉਹ ਜਿਹੜੀ ਹੈ ਕਿਵੇਂ ਅੱਗ ਵਿੱਚੋਂ ਆਪਣੇ ਆਪ ਨਹੀਂ ਪ੍ਰਗਟ ਕਰਦੀ, ਇਹ ਪਰਮਾਤਮਾ ਦਾ ਇੱਕ ਅਜੂਬਾ ਹੈ, ਪਰਮਾਤਮਾ ਦਾ ਇੱਕ ਸਿਸਟਮ ਹੈ, ਪਰਮਾਤਮਾ ਦਾ ਇੱਕ ਡਿਸਪਲਿਨ ਹੈ, ਜਿਸ ਨਾਲ ਇਹ ਸਾਰੀਆਂ ਵਿਪਰੀਤ ਚੀਜ਼ਾਂ ਜਿਹੜੀਆਂ ਹਨ ਉਹ ਪਰਮਾਤਮਾ ਨੇ ਇੱਕ ਜਗ੍ਹਾ ਤੇ ਇਕੱਠੀਆਂ ਕੀਤੀਆਂ ਹਨ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਦੀ ਜੋ ਰਚਨਾ ਹੈ ਔਰ ਇਹਨੂੰ ਕੋਈ ਵੀ ਸਮਝ ਨਹੀਂ ਸਕਦਾ ਕੀ ਹੈ। ਜਿਸ ਤਰ੍ਹਾਂ ਵੀਰ ਜੀ ਨੇ ਸਾਨੂੰ ਵੱਖ-ਵੱਖ ਤੁਕਾਂ ਦੇ ਅਰਥ ਕਰਕੇ ਦੱਸੇ ਨੇ, ਭਈ ਦੇਖੋ ਸਭ ਕੁਝ ਅੱਗ ਉਹਦੇ ਵਿੱਚ ਹੈ, ਜਿੱਥੋਂ ਸ਼ੁਰੂ ਹੋਈ ਸੀ ਗੱਲ ਕਿ ਇੰਧਨ ਤੇ ਬੈਸੰਤਰ ਭਾਗ ਹੈ, ਕਿ ਲੱਕੜੀ ਦੇ ਵਿੱਚ ਅੱਗ ਹੈ ਪਰ ਉਹਨੂੰ ਪ੍ਰਗਟ ਹੋਣ ਲਈ ਹੈ ਵਿੱਚ ਹੀ, ਪਰ ਉਹਨੂੰ ਸਾੜਦੀ ਨਹੀਂ। ਤੋ ਸਤਸੰਗ ਦੇ ਇਸ ਤਰ੍ਹਾਂ ਵਾਹਿਗੁਰੂ ਜੀ ਦੀ ਜੋਤ ਸਾਡੇ ਅੰਦਰ ਹੈ। ਇਹ ਵੀ ਤੇ ਹੈਰਾਨੀ ਦੀ ਗੱਲ ਹੈ ਬਈ ਸਾਡੇ ਅੰਦਰ ਹੈ ਵਾਹਿਗੁਰੂ ਦੀ ਜੋਤ ਤੇ ਅਸੀਂ ਵਾਹਿਗੁਰੂ ਨੂੰ ਲੱਭਦੇ ਹਾਂ, ਸਾਨੂੰ ਮਿਲਿਆ ਨਹੀਂ। ਤੇ ਲੋੜ ਇਹ ਹੈ ਜਿਸ ਤਰ੍ਹਾਂ ਲੱਕੜ ਵਿੱਚ ਛੁਪੀ ਅੱਗ ਨੂੰ ਇੱਕ ਚੰਗਿਆੜੀ ਲਾਉਣ ਦੀ ਲੋੜ ਹੈ, ਇਸੇ ਤਰ੍ਹਾਂ ਨਾਮ ਦੀ ਚੰਗਿਆੜੀ ਜਿਸ ਸਤਿਗੁਰੂ ਦੀ ਕਿਰਪਾ ਨਾਲ ਸਾਨੂੰ ਲੱਗ ਜਾਏ ਤਾਂ ਸਾਨੂੰ ਵੀ ਵਾਹਿਗੁਰੂ ਜਿਹੜੇ ਉਹ ਪ੍ਰਤੱਖ ਅਨੁਭਵ ਹੋਣਗੇ। ਤੋ ਲੋੜ ਇਹ ਹੈ ਕਿ ਆਪਣੇ ਅੰਦਰ ਨਾਮ ਦੀ ਚੰਗਿਆੜੀ ਜਗਾਈਏ। ਤੋ ਸਤਿਗੁਰੂ ਸਾਡੇ ਤੇ ਕਿਰਪਾ ਕਰਨ। ਤੋ ਇਹ ਜੋ ਸਾਧ ਸੰਗਤ ਜੀ ਪਲੇਟਫਾਰਮ ਹੈ ਸਾਡਾ, ਇਹ ਜ਼ੂਮ ਤੇ ਜਾਂ ਆਪਾਂ ਜਿਹੜੀ ਸੰਗਤ ਜੁੜਦੀ ਹੈ, ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਆਪਾਂ ਜੁੜਦੇ ਹਾਂ। तो मेरी बेनती है संगत नूं कि जिथे आप जी खुद आ रहे हो, आपकी बहुत बहुत मेहरबानी है, उत्थे होर संगतां नूं भी आपां सारे कोशिश करिए भी जे एक एक प्राणी भी होर नाल लाना शुरू करिए तां ये संगत जिहड़ी है हो वध सकदी है, इहनूं वधाउण दी लोड़ है। तो क्योंकि संगत विच बहुत सारे सतगुरु की कृपा, विद्वान विचारवान सारे ही ने, ते आपां एक दूजे कोलों बहुत कुछ सिख रहे हैं। इसे तरह जिस वेले कोई वीर भैन सवाल भेजदा है ਤਾਂ ਉਹ ਵੀ ਅਸੀਂ ਉਹਦੀ ਤਿਆਰੀ ਕਰਕੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦੇ ਸਵਾਲ ਜਵਾਬ ਸੈਸ਼ਨ ਵਿੱਚ ਵੀ ਹੋ ਗਈਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਲਈ ਆਪਾਂ ਸੁਖਿਮਾ ਮੰਗਦੇ ਹਾਂ। ਸ਼ੁਰੂ 'ਚ ਵੀਰ ਜੀ ਨੇ ਕਿਹਾ ਸੀ, ਹੁਣ ਵੀ ਮੈਂ ਬੇਨਤੀ ਕਰ ਰਿਹਾ ਬਈ ਇਹਨਾਂ ਜਿੰਨੇ ਆਪਾਂ ਸਵਾਲ ਤੁਹਾਡੇ ਸਾਹਮਣੇ ਜਵਾਬ ਬਣਾ ਕੇ ਲਿਆਉਂਦੇ ਹਾਂ ਇਹ ਫਾਈਨਲ ਨਹੀਂ ਹਨ, ਇਹ ਤਾਂ ਸਿਰਫ ਸਾਡੀ ਇੱਕ ਐਫਰਟ ਹੈ। ਇਹਦੇ 'ਚ ਫਿਰ ਵੀ ਆਪ ਜੀ ਨੂੰ ਜੋ ਵੀ ਕੋਈ ਗੱਲ ਹੋਰ ਲੱਗਦੀ ਹੈ ਉਹ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨਾ, ਉਹਦੇ ਸਾਨੂੰ ਵੀ ਬਹੁਤ ਲਾਭ ਹੋਏਗਾ। ਤੋ ਆਓ ਸਾਧ ਸੰਗਤ ਇਸੇ ਤਰ੍ਹਾਂ ਆਪਣੇ ਸਵਾਲ ਭੇਜਦੇ ਰਹੋ ਤੇ ਸਾਨੂੰ ਇਸ ਕਾਰੇ ਲਾਈ ਰੱਖੋ। ਇਹ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਕਿ ਇਸੇ ਤਰ੍ਹਾਂ ਸਾਨੂੰ ਤੁਸੀਂ ਤੋਰੀ ਜਾਓ। ਅਸੀਂ ਜਿਸ ਤਰ੍ਹਾਂ ਤੋਰਨਾ ਹੈ ਤੁਹਾਡੇ ਮਗਰ ਮਗਰ ਅਸੀਂ ਤੁਰ ਰਹੇ ਹਾਂ। ਤੋ ਅੱਜ ਸਾਧ ਸੰਗਤ ਜੀ ਮੈਂ ਬੇਨਤੀ ਕਰਦੇ ਹਾਂ ਕਿ ਸੰਗਤ ਵਿੱਚ ਇੱਕ ਨਵੀਂ ਆਈਡੀ ਮੈਨੂੰ ਦਿਸ ਰਹੀ ਹੈ। ਇਸ ਤੋਂ ਪਹਿਲੇ ਕਿ ਵੀਰ MP ਸਿੰਘ ਜੀ ਸਵਾਲ ਲੈਣਗੇ ਤੇ ਮੇਰਾ ਮਨ ਆਇਆ ਵੀ ਉਹਨਾਂ ਨੂੰ ਪਹਿਲੇ ਪੁੱਛ ਲਈ। SM-J320W8 ਹੈ ਆਈਡੀ। ਤੋ ਜਿਨ੍ਹਾਂ ਦੀ ਆਈਡੀ ਹੈ SM-J320W8 ਉਹ ਕਿਰਪਾ ਕਰਕੇ ਆਪਣੇ ਨੂੰ ਅਨਮਿਊਟ ਕਰ ਲਓ ਜੀ ਔਰ ਸੰਗਤ ਵਿੱਚ ਆਪਣੀ ਬਰੀਫ ਇੰਟਰੋਡਕਸ਼ਨ ਦੇ ਦਿਓ। ਇਸ ਤੋਂ ਇਲਾਵਾ ਵੀ ਸੰਗਤ ਵਿੱਚ ਕੋਈ ਨਵਾਂ ਵੀਰ ਭੈਣ ਜੁੜਿਆ ਤਾਂ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੀ ਇੰਟਰੋਡਕਸ਼ਨ ਦੇ ਸਕਦੇ ਨੇ। ਹਾਂਜੀ, SM-J320W8 ਤਾਂ ਹੈ ਨਹੀਂ। ਚਲੋ ਫਿਰ ਵੀਰ ਜੀ ਤੁਸੀਂ ਆਪਣਾ ਅਗਲਾ ਪ੍ਰੋਗਰਾਮ ਦੱਸੋ। ਤੋ ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਸੰਗਤ ਵਿੱਚੋਂ ਅੱਜ ਦੇ ਵਿਚਾਰ ਨਾਲ ਸੰਬੰਧਿਤ ਸਵਾਲ ਲਵਾਂਗੇ। ਤਾਂ ਇੱਕ ਹੈਂਡ ਰੇਜ਼ਡ ਹੈ ਸਰ ਪਰਮਜੀਤ ਸਿੰਘ ਜੀ ਦਾ, ਤਾਂ ਉਹਨਾਂ ਨੂੰ ਰਿਕੁਐਸਟ ਹੈ ਜੀ ਆਪਣੇ ਆਪ ਨੂੰ ਅਨਮਿਊਟ ਕਰ ਲਓ ਤੇ ਆਪਣੀ ਗੱਲ ਕਰ ਲਓ। ਜੀ ਵਾਹਿ ਖਾਲਸਾ ਵਾਹਿ ਫਤਿਹ ਜੀ। ਫਤਿਹ ਜੀ। ਫਤਿਹ ਜੀ। ਵੀਰ ਜੀ ਇੱਕ ਹੁਣੇ ਤਿੰਦਰ ਵੀਰ ਜੀ ਨੇ ਦੱਸਿਆ, ਜਿਹੜਾ ਦੱਸਿਆ ਸੀ ਉਹਦੇ ਚ ਇੱਕ ਤੁਕ ਹੈਗੀ ਉੱਪਰ ਚਰਨ ਤਲੇ ਆਕਾਸ਼, ਇਹ ਕਲੀਅਰ ਨਹੀਂ ਹੋਇਆ, ਥੋੜਾ ਦੁਬਾਰਾ ਦੱਸਣ ਦੀ ਕਿਰਪਾਲਤਾ ਕਰੋ ਜੀ। ਹਾਂਜੀ ਤੇਜਿੰਦਰ ਸਿੰਘ ਜੀ।
हाँ जी वीर जी, ਇੱਥੇ ਸਤਿਗੁਰ ਇਹ ਫਰਮਾ ਰਹੇ ਹਨ ਕਿ ਜਿਵੇਂ ਆਮ ਤੌਰ ਤੇ ਪੈਰ ਥੱਲੇ ਹੁੰਦੇ ਹਨ ਤੇ ਸਿਰ ਉੱਤੇ ਹੁੰਦਾ ਹੈ, ਤੇ ਉਸ ਹਿਸਾਬ ਨਾਲ ਅਸੀਂ ਚੱਲਦੇ ਹਾਂ ਤੇ ਸਾਡੀ ਜਿਹੜੀ ਸਰੀਰ ਦੀ ਰਚਨਾ ਇਸ ਤਰੀਕੇ ਨਾਲ ਹੈ। ਲੇਕਿਨ ਉਹਨਾਂ ਨੇ ਜਿਹੜੀ ਦਰਖਤ ਦੀ ਐਗਜ਼ਾਮਪਲ ਦਿੱਤੀ ਹੈ ਸੱਚੇ ਪਾਤਸ਼ਾਹ ਨੇ, ਕਿ ਉਹ ਉਹਦਾ ਜਿਹੜਾ ਸਿਰ ਹੈ, ਜਿਹੜੀ ਜਿੱਥੋਂ ਉਸ ਦੀ ਅੱਗੋਂ ਗਰੋਥ ਹੁੰਦੀ ਹੈ, ਉਹ ਧਰਤੀ ਦੇ ਵਿੱਚ ਹੈ। ਔਰ ਜਿਹੜੀ ਗਰੋਥ ਹੁੰਦੀ ਹੈ, ਜਿਵੇਂ ਹੱਥ ਪੈਰ ਨੇ ਜਾਂ ਜੋ ਵੀ ਬ੍ਰਾਂਚਿਸ ਨੇ ਉਹਦੀਆਂ, ਉਹ ਜਿਹੜੀਆਂ ਹਨ ਉਹ ਉੱਪਰ ਵਾਲੇ ਪਾਸੇ ਹਨ। ਭਾਵ ਉਹ ਸਿਰ ਜਿਹੜਾ ਹੈ ਉਹ ਧਰਤੀ ਦੇ ਵਿੱਚ ਹੈ ਤੇ ਜਿਹੜੀਆਂ ਉਹਦੀਆਂ ਬ੍ਰਾਂਚਿਸ ਨੇ ਉਹ ਬਾਹਰ ਹਨ। ਉਹ ਉਸ ਦੇ ਪੈਰ ਉਹਨੂੰ ਕਰਕੇ ਸਾਨੂੰ ਸਮਝਾਇਆ ਗਿਆ ਹੈ। ਇਹ ਉਹ ਜਿਹੜਾ ਉਹਨਾਂ ਨੂੰ ਮੇਨ ਸਵਾਲ ਹੈ ਨਾ ਕਿ ਆਕਾਸ਼ ਥੱਲੇ ਕਿਸ ਤਰ੍ਹਾਂ ਹੈ। ਆਕਾਸ਼ ਥੱਲੇ ਕਿਸ ਤਰ੍ਹਾਂ? ਆਕਾਸ਼ ਮਸਤਕ ਨੂੰ ਕਿਹਾ ਜਾਂਦਾ ਹੈ, ਦਿਮਾਗ ਨੂੰ ਕਿਹਾ ਜਾਂਦਾ ਹੈ ਆਕਾਸ਼। ਦਿਮਾਗ ਦੀ ਜਿਹੜੀ ਤੁਲਨਾ ਹੈ ਉਹ ਆਕਾਸ਼ ਨਾਲ ਕੀਤੀ ਜਾਂਦੀ ਹੈ। ਹਾਂ ਉਹ ਉਹੀ ਨਾ, ਆਕਾਸ਼ ਦੇ ਆਕਾਸ਼ ਮਤਲਬ ਜੋ ਫਿਰ ਥੱਲੇ ਪਾਵਰ ਹੈ ਉਹ ਸਿਰ ਥੱਲੇ ਤੋਂ ਲੈਣਾ ਪਏਗਾ ਆਕਾਸ਼ ਦਾ ਪਾਵਰ। ਹਾਂਜੀ ਸਿਰ ਤੋਂ। ਸਿਰ ਥੱਲੇ ਹੋ ਗਿਆ, ਫਿਰ ਥੱਲੇ ਹਾਂਜੀ। ਆਕਾਸ਼ ਆ ਗਿਆ ਨਾ, ਥੱਲੇ ਆ ਗਿਆ ਥੱਲੇ। ਉਹੀ ਸਿਰ ਦੀ ਜਿਹੜੀ ਉਪਮਾ ਹੈ ਉਹ ਉਹਦੇ ਨਾਲ ਹੈ, ਆਕਾਸ਼ ਨਾਲ ਹੈ। ਸਿਰ ਨੂੰ ਆਕਾਸ਼ ਦੇ ਬਰਾਬਰ ਦੱਸਿਆ ਗਿਆ ਕਿ ਉਹ ਥੱਲੇ ਪੇੜ ਦਾ ਸਿਰ ਮੰਨਿਆ ਜਾਂਦਾ ਨਾ ਥੱਲੇ, ਜਿਹੜਾ ਉਹਦੀਆਂ ਸਿਰ ਨੇ। ਹਾਂਜੀ ਉਹ ਸਿਰ ਹੈ, ਉਹ ਥੱਲੇ ਹੈ ਤੇ ਜਿਹੜੀਆਂ ਉਹਦੀਆਂ ਬ੍ਰਾਂਚਿਸ ਨੇ ਉਹ ਉੱਪਰ। ਹਾਂਜੀ ਉਹਦਾ ਸਿਰ, ਜੜਾ ਨੂੰ ਸਿਰ ਕਹਿਤਾ ਗਿਆ, ਦਿਮਾਗ ਕਹਿਤਾ। ਹਾਂਜੀ ਉਹਨੂੰ ਆਕਾਸ਼ ਦੇ ਨਾਲ ਤੁਲਨਾ ਦਿੱਤੀ। ਧੰਨਵਾਦ ਜੀ ਵੀਰ ਜੀ, ਬਹੁਤ ਬਹੁਤ। ਜਿਸ ਤਰ੍ਹਾਂ ਇਨਸਾਨ ਦੀ ਸੋਚ ਸ਼ਕਤੀ ਜਿਹੜੀ ਹੈ ਸਾਰੀ ਉਹ ਦਿਮਾਗ ਦੇ ਵਿੱਚ ਹੁੰਦੀ ਹੈ, ਦਰਖਤ ਦੀ ਜਿਹੜੀ ਸਾਰੇ ਵਧਲਾ ਫੁੱਲਾ ਉਹ ਜੜ੍ਹਾਂ ਦੇ ਉੱਤੇ ਹੁੰਦਾ ਹੈ। ਜੇ ਜੜ ਜ਼ਮੀਨ 'ਚ ਉਹਦੀ ਨਹੀਂ ਲੱਗਦੀ ਤਾਂ ਉਹਦੀ ਪ੍ਰਫੁੱਲਤਾ ਜਾਂ ਕੋਈ ਅੱਗੋਂ ਦੀ ਡਿਵੈਲਪਮੈਂਟ ਜਿਹੜੀ ਨਹੀਂ ਹੁੰਦੀ। ਬ੍ਰੇਨ ਤੋਂ ਬਿਨਾਂ ਵੀ ਇਨਸਾਨ ਦੀ ਡਿਵੈਲਪਮੈਂਟ ਜਿਹੜੀ ਸੋਚ ਸ਼ਕਤੀ ਦੀ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਉਹ ਦਰਖਤ ਦੀ ਜਿਹੜੀਆਂ ਜੜ੍ਹਾਂ ਨੂੰ ਆਕਾਸ਼ ਦਾ ਜਾਂ ਕਹਿ ਲਓ ਵੀ ਉਹਦੀ ਡਿਵੈਲਪਮੈਂਟ ਦਾ ਇੱਕ ਸਾਧਨ ਤਾਂ ਹੀ ਹੈ ਜੇ ਜੜ੍ਹਾਂ ਥੱਲੇ ਜ਼ਮੀਨ 'ਚ ਲੱਗੀਆਂ ਹੋਈਆਂ। ਇਸ ਕਰਕੇ ਉਹਦਾ ਨਾਮ ਜਿਹੜਾ ਸੀ ਆਕਾਸ਼ ਰੱਖਿਆ ਗਿਆ ਤੇ ਜਿਹੜੀਆਂ ਸ਼ਾਖਾਵਾਂ ਉਹਦਾ ਨਾਮ ਜਿਹੜਾ ਸੀ ਉਹ ਚਰਨ ਜਿਹੜਾ ਰੱਖ ਦਿੱਤਾ ਗਿਆ, ਤਦ ਕਿ ਉਹ ਉੱਪਰਲੇ ਪਾਸੇ ਉਹਦੀਆਂ ਸ਼ਾਖਾਵਾਂ ਜਿਹੜੀਆਂ ਹੁੰਦੀਆਂ। ਹਾਂਜੀ, ਸੰਗਤ ਵਿੱਚੋਂ ਹੋਰ ਅੱਜ ਦੇ ਵਿਚਾਰਾਂ ਨਾਲ ਸੰਬੰਧਿਤ ਕਿਸੇ ਦਾ ਕੋਈ ਸਵਾਲ, ਕੋਈ ਕਮੈਂਟ ਹੋਵੇ ਤੇ ਜੀ ਆਪ ਜੀ ਪਲੀਜ਼। ਹਾਂਜੀ, ਪ੍ਰੀਤੀ ਆਲੂਵਾਲੀਆ ਜੀ ਪਲੀਜ਼ ਅਨਮਿਊਟ ਕਰ ਲਓ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਫॉर द ਐਕਸਪਲੇਨੇਸ਼ਨ ਇਸ ਸ਼ਬਦ ਦਾ ਜੀ। ਇਹਦੀਆਂ ਜਿਹੜੀਆਂ ਬਾਕੀ ਦੋ ਤੁਕਾਂ ਨੇ ਉਹ ਵੀ ਕਾਫੀ ਗਹਿਰੀਆਂ ਨੇ ਰਾਮਕਲੀ ਵਿੱਚ। ਕੋਈ ਬਿਕੋਜ਼ ਆਫ ਟਾਈਮ ਰੈਸਟ੍ਰਿਕਟਸ ਕਦੀ ਅਸੀਂ ਇਸ ਸ਼ਬਦ ਦੀ ਪੂਰੀ ਵਿਆਖਿਆ, ਅਰਥ ਭਾਵ ਵਿਚਾਰ ਕਰ ਸਕਦੇ ਹਾਂ, ਇਜ਼ ਮਾਈ ਰਿਕੁਐਸਟ। ਔਰ ਨੈਕਸਟ ਦਿਸ ਥਿੰਗ, ਜਿਵੇਂ ਇਹਦੀਆਂ ਸੈਕੰਡ ਸਟੈਂਜ਼ਾ ਐਂਡ ਥਰਡ ਸਟੈਂਜ਼ਾ 3 ਲਿਖੇ ਨੇ ਗੁਰੂ ਸਾਹਿਬ ਜੀ ਨੇ, ਤੇ ਇਹ ਪੂਰਾ ਹੀ ਸ਼ਬਦ ਬਹੁਤ ਹੀ ਮਿਹਨਤ ਨਾਲ ਸਮਝਣ ਮੰਗਦਾ ਹੈਗਾ। ਸੋ ਇਫ ਵੀ ਕੈਨ ਟੇਕ the whole shabad in its entirety at another time, please. ਠੀਕ ਹੈ ਜੀ, ਨੋਟ ਕਰ ਲੈਂਦੇ ਹਾਂ ਜੀ। ਔਰ ਜਦੋਂ ਵੀ ਮੌਕਾ ਬਣੇਗਾ ਇਸ ਸ਼ਬਦ ਦੀ ਵਿਚਾਰ ਫਿਰ ਸੰਗਤ ਵਿੱਚ ਕਰ ਦਿੱਤੀ ਜਾਏਗੀ। ਠੀਕ ਹੈ ਜੀ, Thank you. ਹਾਂਜੀ, ਹੋਰ ਕਿਸੇ ਸੱਜਣ ਦਾ ਕੋਈ ਕਮੈਂਟ ਹੋਵੇ ਜਾਂ ਕੋਈ ਕੁਐਸਚਨ ਹੋਵੇ? तो ਅੱਜ ਦੇ ਜਿੰਨੇ ਵੀ ਪ੍ਰਸ਼ਨ ਉੱਤਰ ਸੀਗੇ ਉਹ ਲੱਗਦਾ ਹੈ ਜਵਾਬ ਸੈਟੀਸਫੈਕਟਰੀ ਸਨ। ਕੋਈ ਹੋਰ ਸਵਾਲ ਨਹੀਂ ਆ ਰਿਹਾ। ਵੀਰ ਹਰਜੀਤ ਸਿੰਘ ਜੀ ਨੂੰ ਬੇਨਤੀ ਹੈ ਜੀ ਫਿਰ ਅਗਲੀ ਅਨਾਉਂਸਮੈਂਟ ਕਰ ਦੇਣ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹੀ।